ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੱਜ ਦਾ ਵਿਚਾਰ ਪ੍ਰੋਗਰਾਮ ਪੇਸ਼ ਕਰਨ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹੋ ਗਏ ਹਾਂ ਰੋਜ਼ ਦੀ ਤਰ੍ਹਾਂ। ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ, ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਮੌਸਮ ਕਿਵੇਂ ਹੈ? ਮੌਸਮ ਕਮਾਲ ਦਾ। ਹਾਂ, ਬਾਹਰ ਅੱਜ ਸਵੇਰੇ ਭੂਰ ਜੀ ਪਈ ਜਾਵੇ। ਜਦੋਂ ਮੈਂ ਘਰੋਂ ਨਿਕਲਿਆ, ਮੌਸਮ ਵਿਭਾਗ ਕਹਿੰਦਾ ਵੀ ਆਉਂਦੇ 2-3 ਦਿਨ ਪੰਜਾਬ ਦੇ ਵਿੱਚ ਬੇਹੱਦ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ। ਉਧਰ ਹਿਮਾਚਲ ਪ੍ਰਦੇਸ਼ ਦੇ ਵੱਲ ਕਹਿੰਦੇ ਵੀ ਢਿੱਗਾਂ ਡਿੱਗ ਪਈਆਂ, ਯਾਨੀ ਕਿ ਪਹਾੜ ਭੁਰ ਗਏ ਆ ਤੇ ਸੜਕਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਤੇ ਕਈ ਥਾਵਾਂ ਦੇ ਉੱਤੇ ਪਤਾ ਲੱਗਾ ਮੌਤਾਂ ਵੀ ਹੋਈਆਂ। ਇੱਕ ਗੱਡੀ ਜਾ ਰਹੀ ਸੀ, ਉਹਦੇ ਉੱਤੇ ਪਹਾੜ ਡਿੱਗੇ ਆ, ਜਿਹਦੇ ਕਰਕੇ 9 ਲੋਕਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਆ। ਮਹਾਰਾਸ਼ਟਰ ਦੇ ਵਿੱਚ ਵੀ ਬੜੀ ਵੱਡੀ ਗਿਣਤੀ 'ਚ ਮੌਤਾਂ ਹੋ ਰਹੀਆਂ। ਮੀਂਹ ਦੇ ਕਰਕੇ ਜਨਜੀਵਨ ਬੇਹੱਦ ਪ੍ਰਭਾਵਿਤ ਹੋਇਆ। ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੇ ਇਹਦੇ ਨਾਲ ਹੀ ਟੈਣਾ ਸਾਹਿਬ ਇੱਕ ਬੇਨਤੀ ਕਰਨੀ ਜ਼ਰੂਰ ਬਣਦੀ ਹੈ, ਜਿੰਨੇ ਵੀ ਸਾਡੇ ਦਰਸ਼ਕ ਜਿਹੜੇ ਇਸ ਮੌਸਮ ਦੇ ਵਿੱਚ ਪਹਾੜਾਂ ਵੱਲ ਜਾਣ ਬਾਰੇ ਸੋਚ ਰਹੇ ਨੇ ਭਾਰਤ ਦੇ ਵਿੱਚ, ਉਹਨਾਂ ਸਾਰਿਆਂ ਨੂੰ ਇਹ ਜ਼ਰੂਰ ਬੇਨਤੀ ਹੈ ਕਿ ਇਸ ਮੌਸਮ 'ਚ ਕਦੇ ਵੀ ਜ਼ਿਆਦਾ ਸਫ਼ਰ ਉਧਰਲੇ ਵਾਲੇ ਪਾਸੇ, ਪਹਾੜਾਂ ਵਾਲੇ ਪਾਸੇ ਨਹੀਂ ਕਰਨਾ ਚਾਹੀਦਾ, ਕਿਉਂਕਿ ਬਰਸਾਤੀ ਮੌਸਮ ਹੈ ਤੇ ਇਸੇ ਮੌਸਮ ਦੇ ਵਿੱਚ ਜ਼ਿਆਦਾ ਲੈਂਡਸਲਾਈਡਸ ਹੁੰਦੀਆਂ ਨੇ, ਜਿਹਦੇ ਨਾਲ ਕਿ ਜਿਹਨੂੰ ਆਪਾਂ ਕਿਹਾ ਵੀ ਪੱਥਰ ਡਿੱਗਣ ਦਾ ਕਰਕੇ, ਪਹਾੜ ਭੁਰਨ ਦਾ ਕਰਕੇ ਜਿਹੜੀਆਂ ਕਈ ਸਾਰੀਆਂ ਦੁਰਘਟਨਾਵਾਂ ਹੁੰਦੀਆਂ ਨੇ। ਸੋ ਇਸ ਲਈ ਬਰਸਾਤੀ ਮੌਸਮ 'ਚ ਗੁਰੇਜ਼ ਕਰੋ ਪਹਾੜਾਂ। ਬਿਲਕੁਲ ਤੁਹਾਡੀ ਗੱਲ ਸਹੀ ਆ ਜੀ। ਤੇ ਆਪਾਂ ਚੱਜ ਦੇ ਵਿਚਾਰ ਦੀ ਸਾਂਝ ਪਾਈਏ। ਦੇਖੋ ਵੀ ਚੱਜ ਦਾ ਵਿਚਾਰ ਇਹ ਆ ਕਿ ਕੋਈ ਤੁਹਾਡੀ ਨਿੰਦਿਆ ਕਰਦਾ ਤਾਂ ਇਹਦੇ ਨਾਲ ਆਪਣੀ ਜ਼ਿੰਦਗੀ ਦਾ ਫੈਸਲਾ ਨਾ ਬਦਲੋ। ਕੋਈ ਵੀ ਜੇਕਰ ਤੁਹਾਡੀ ਨਿੰਦਿਆ ਕਰਦਾ ਤਾਂ ਇਹਦੇ ਨਾਲ ਆਪਣੀ ਜ਼ਿੰਦਗੀ ਦਾ ਫੈਸਲਾ ਨਾ ਬਦਲੋ, ਕਿਉਂਕਿ ਜਦੋਂ ਤੁਸੀਂ ਸਫਲ ਹੋ ਜਾਂਦੇ ਆ ਤਾਂ ਨਿੰਦਿਆ ਕਰਨ ਵਾਲਿਆਂ ਦੀ ਰਾਏ ਆਪ ਮੁਹਾਰੀ ਬਦਲ ਜਾਂਦੀ ਹੈ। ਹਾਏ ਹਾਏ, ਕੀ ਬਾਤ ਹੈ। ਤੇ ਉਦੋਂ ਆਪ ਮੁਹਾਰੇ ਦੂਰ ਦੇ ਰਿਸ਼ਤੇਦਾਰ ਨੇੜੇ ਦੇ ਹੋ ਜਾਂਦੇ ਨੇ। ਜਿਹਦੇ ਨਾਲ ਨਹੀਂ ਵੀ ਰਿਸ਼ਤੇਦਾਰੀ ਹੁੰਦੀ ਉਹਨੂੰ ਵੀ ਅਸੀਂ ਕਹਿੰਦੇ ਲੈ ਉਹ ਤਾਂ ਸਾਡਾ ਰਿਸ਼ਤੇਦਾਰ ਹੈ। ਇੱਕ ਨਾ ਅੱਜ ਮੈਂ ਸੋਸ਼ਲ ਮੀਡੀਆ ਦੇ ਉੱਤੇ ਚੱਜ ਦਾ ਵਿਚਾਰ ਪੜ੍ਹਿਆ, ਉਹ ਹਿੰਦੀ ਦੇ ਵਿੱਚ ਹੈ, ਤੂੰ ਹੱਸ तू मुस्कुरा, तू हंस तू मुस्कुरा और रोना बंद कर दे, तू जिंदा है और जिंदगी की नाक में दम कर दे। क्या बात है टाणा साहब, छा गए, मेहरबानी, कमाल कर ਦਿੱਤੀ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਆਉਣ ਦਈਏ। ਦੇਖੋ ਅਸੀਂ ਅਕਸਰ ਨਾ ਕਈ ਵਾਰ ਕਿਹੋ ਜਿਹਾ ਸਲੂਕ ਕਿਸੇ ਨਾਲ ਕਰਦੇ ਆ, ਇਹਦੇ ਬਾਰੇ ਚ ਆਪ ਨਹੀਂ ਜਾਣਦੇ ਹੁੰਦੇ, ਪਰ ਦੇਖਣ ਵਾਲੇ ਸਭ ਕੁਝ ਜਾਣਦੇ ਨੇ। ਕਈ ਵਾਰ ਅਸੀਂ ਦੂਸਰਿਆਂ ਦੇ ਲਈ ਤਾਂ ਜੱਜ ਬਣ ਜਾਂਦੇ ਆ, ਆਪਣੇ ਲਈ ਵਕੀਲ ਬਣ ਜਾਂਦੇ ਆ, ਪਰ ਕਹਿੰਦੇ ਕਿਸੇ ਚੰਗੇ ਇਨਸਾਨ ਨਾਲ ਇੰਨਾ ਵੀ ਬੁਰਾ ਸਲੂਕ ਨਾ ਕਰੋ, ਇੰਨਾ ਵੀ ਬੁਰਾ ਸਲੂਕ ਨਾ ਕਰੋ ਕਿ ਉਹ ਬੁਰਾ ਬਣਨ ਦੇ ਲਈ ਮਜਬੂਰ ਹੋ ਜਾਏ। ਕਿਉਂਕਿ ਜਦੋਂ ਇੱਕ ਖੂਬਸੂਰਤ ਸ਼ੀਸ਼ਾ ਟੁੱਟਦਾ ਹੈ ਤਾਂ ਅਕਸਰ ਤੇਜ਼ ਧਾਰ ਖੰਜਰ ਬਣ ਜਾਂਦਾ ਹੈ। ਹਾਂ, ਬਹੁਤ ਖੂਬ, ਬਹੁਤ ਖੂਬ। ਸੋ ਇਸ ਲਈ ਚੰਗੇ ਬੰਦੇ ਨੂੰ ਬੁਰਾ ਬਣਾਉਣ ਦੇ ਲਈ ਮਜਬੂਰ ਨਾ ਕਰੋ। ਕੋਈ ਵੀ ਆ, ਕਿਸੇ ਵੀ ਕਿੱਤੇ ਦੇ ਵਿੱਚ ਆ, ਕਿਸੇ ਵੀ ਕੰਮ ਦੇ ਵਿੱਚ ਆ, ਤੁਹਾਡੀ ਕਿਸੇ ਨਾਲ ਵਿਚਾਰਧਾਰਕ ਮਤਭੇਦ ਵਾਲੀ ਗੱਲ ਹੋ ਸਕਦੀ ਹੈ, ਪਰ ਉਹਦੇ ਵਿੱਚ ਆਰ ਲਾਉਣ ਦਾ ਕੰਮ ਬੰਦ ਕਰ ਦੇਣਾ ਚਾਹੀਦਾ। ਤੁਸੀਂ ਆਪ ਕੰਮ ਕਰੋ, ਵੱਡਾ ਕਰੋ, ਤੁਹਾਡੇ ਬਾਰੇ ਗੱਲਾਂ ਛਿੜਨ, ਪਰ ਤੁਸੀਂ ਦੂਜੇ ਤੇ ਹੀ ਨਿਰਭਰ ਰਹਿੰਦੇ ਹੋ, ਉਹਨੂੰ ਹੀ ਗਾਲਾਂ ਕੱਢਦੇ ਹੋ, ਉਹਦੇ ਵਿੱਚ ਹੀ ਨਗੋਚਾ ਕੱਢਦੇ ਹੋ। ਇਸ ਕਰਕੇ ਹਰ ਬੰਦੇ ਨੂੰ ਆਪਣੀ ਲਕੀਰ ਆਪ ਵੱਡੀ ਕਰਨੀ ਚਾਹੀਦੀ ਆ। ਗੱਲ ਇਹ ਹੈ ਜੀ ਕਿ ਆਪਾਂ ਕਿਸੇ ਦੀ ਸੱਭਿਅਕ ਤਰੀਕੇ ਨਾਲ, ਮਰਿਆਦਾ ਦੇ ਨਾਲ, ਸ਼ਬਦਕ ਚੋਣ ਚੰਗੀ ਕਰਕੇ ਆਲੋਚਨਾ ਕਰੀਏ, ਜੀ ਸਦਕੇ ਕਰੀਏ। ਪਰ ਜਦੋਂ ਮੈਂ ਦੇਖਦਾ ਨਾ ਵੀ ਭਾਵੇਂ ਤੁਹਾਡੀ ਕਿਸੇ ਪਾਰਟੀ ਦੇ ਨਾਲ ਕੋਈ ਨੇੜਤਾ ਹੋਵੇ ਨਾ ਹੋਵੇ, ਪਰ ਜਦੋਂ ਕੋਈ ਭਾਵੇਂ ਅਕਾਲੀ ਦਲ ਨੂੰ ਕਵੇ, ਕੋਈ ਕਾਂਗਰਸ ਨੂੰ ਕਵੇ, ਕੋਈ ਬਸਪਾ ਨੂੰ ਕਵੇ, ਕੋਈ ਕਿਸੇ ਹੋਰ ਪਾਰਟੀ ਨੂੰ ਕਵੇ, ਜੇਕਰ ਕੋਈ ਅਪਸ਼ਬਦਾਂ ਦੀ ਵਰਤੋਂ ਕਰਦਾ, ਮੈਨੂੰ ਲੱਗਦਾ ਵੀ ਇਹਨਾਂ ਦੇ ਪੱਲੇ ਹੀ ਆਹ ਕੁਛ ਆ। ਬਿਲਕੁਲ ਸਹੀ ਗੱਲ। ਇਹਨਾਂ ਨੇ ਸਿਰਫ ਆਹ ਹੀ ਕਹਿਣਾ, ਓਏ ਗੰਦੇ, ਓਏ ਫਲਾਣੇ, ਓਏ ਢਿੰਗੜੇ ਹੋਏ। ਤੁਸੀਂ ਆਪਦੇ ਤਰਕ ਦੇ ਨਾਲ ਉਹਨਾਂ ਨੂੰ ਨਿਰ ਉੱਤਰ ਕਰੋ। ਜਿਹੜਾ ਤੁਹਾਨੂੰ ਚੁਣਿਆ ਹੋਇਆ ਨੁਮਾਇੰਦਾ ਨਹੀਂ ਪਸੰਦ ਜਾਂ ਤੁਹਾਡੀ ਕਸਵੱਟੀ ਦੇ ਉੱਤੇ ਖਰਾ ਨਹੀਂ ਉਤਰਿਆ, ਉਹਨੂੰ ਆਪਦੇ ਸ਼ਬਦਾਂ ਨਾਲ, ਆਪਦੇ ਤਰਕ ਦੇ ਨਾਲ, ਆਪਦੇ ਸਵਾਲਾਂ ਦੇ ਨਾਲ ਤੇ ਇੱਕ ਦਾਇਰੇ ਦੇ ਵਿੱਚ ਰਹਿ ਕੇ ਤੇ ਉਹਨੂੰ ਨਿਰ ਉੱਤਰ ਕਰ ਦਿਓ। ਬਿਲਕੁਲ। ਬੰਦੇ ਨੂੰ ਗਾਲਾਂ ਕੱਢ ਕੇ ਤੁਸੀਂ ਚੁੱਪ ਥੋੜੀ ਕਰਾਉਣਾ। ਦੇਖੋ ਸਭ ਤੋਂ ਵੱਡੀ ਚੀਜ਼ ਤੁਸੀਂ ਵੀ ਕਹਿੰਦੇ ਹੁੰਦੇ ਹੋ ਟਾਣਾ ਸਾਹਿਬ, ਤੁਸੀਂ ਵੀ ਭੁੱਲ ਗਏ ਸ਼ਾਇਦ ਕਿ ਟੈਂਕੀ ਦੇ ਵਿੱਚ ਪਾਣੀ ਹੋਊਗਾ ਤੇ ਟੂਟੀ ਰਾਹੀਂ ਆਊਗਾ ਨਾ। ਗੱਲ ਇਹ ਹੈ ਕਿ ਜੇਕਰ ਇੱਥੇ ਸ਼ਬਦਾਂ ਦਾ ਭੰਡਾਰ ਹੋਊਗਾ, ਜੇ ਅਸੀਂ ਪੜ੍ਹਦੇ ਹੋਵਾਂਗੇ, ਜੇ ਅਸੀਂ ਸਮਝ ਦੇ ਨਾਲ ਕੋਈ ਰਿਸ਼ਤਾ ਰੱਖਦੇ ਹੋਵਾਂਗੇ, ਜੇਕਰ ਅਸੀਂ ਆਪਣੇ ਇਹਨੂੰ ਵਰਤਦੇ ਹੋਵਾਂਗੇ, ਤਾਂ ਹੀ ਤਾਂ ਸ਼ਬਦਾਂ ਦੀ ਸਹੀ ਚੋਣ ਕਰਕੇ ਤੇ ਆਪਣੀ ਗੱਲ ਕਹਿ ਸਕਾਂਗੇ। ਬਿਲਕੁਲ, ਆਪਦੀ ਗੱਲ ਨੂੰ ਵਧੀਆ ਤਰੀਕੇ ਨਾਲ ਰੱਖਣ ਦੇ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ। ਜੇ ਪੜਾਂਗੇ ਸਾਡੇ ਗਿਆਨ ਦੇ ਵਿੱਚ ਵਿਕਾਸ ਹੋਊਗਾ, ਗਿਆਨ 'ਚ ਵਾਧਾ ਹੋਊਗਾ, ਸ਼ਬਦਾਂ ਦਾ ਭੰਡਾਰ ਸਾਡੇ ਕੋਲ ਹੋਊਗਾ ਤੇ ਸ਼ਬਦ ਜਦੋਂ ਬਹੁਤ ਸਾਰੇ ਹੋਣਗੇ ਫਿਰ ਸਾਨੂੰ ਗਾੜ ਦੁੱਪੜ ਦੀ ਵਰਤੋਂ ਦੀ ਲੋੜ ਨਹੀਂ। ਫਿਰ ਸਾਡੇ ਸ਼ਬਦ ਹੀ ਬਹੁਤ ਆ, ਉਹੀ ਖੰਜਰ ਵਰਗੇ ਬਣ ਜਾਣੇ ਆ ਜੀ। ਹਰਮਨ ਜੀ, ਨਿੱਕੇ ਨਿਆਣਿਆਂ ਦੇ ਉੱਤੇ ਨਾ
ਬਹੁਤ ਵੱਡੇ ਵੱਡੇ ਅਸਰ ਹੁੰਦੇ ਆ ਜੀ। ਗਾਣਿਆਂ ਦੇ। ਜੀ। ਮੈਂ ਤਾਂ ਕਦੇ ਕਦੇ ਹੈਰਾਨ ਰਹਿ ਜਾਂਦਾ ਵੀ ਨਿੱਕੇ ਨਿੱਕੇ ਨਿਆਣੇ ਕਿਹੋ ਜਿਹੇ ਗਾਣੇ ਗਾਉਂਦੇ ਆ, ਪਰ ਜਦੋਂ ਉਹ ਉਮਰ ਦੀਆਂ ਪੌੜੀਆਂ ਚੜ੍ਹਨਗੇ ਉਸ ਤੋਂ ਬਾਅਦ ਉਹਨਾਂ ਨੂੰ ਸ਼ਾਇਦ ਸਮਝ ਆਵੇ ਵੀ ਸਾਡੇ ਦੌਰ ਦੇ ਵਿੱਚ ਜਿਹੜਾ ਆਹ ਗਾਣਾ ਸੀ ਜਾਂ ਇਹੋ ਜਿਹੇ ਗੀਤ ਸੀ ਉਹ ਬੜੇ ਮਾੜੇ ਸੀ। ਜਦੋਂ ਉਹ ਆਪਦੇ ਜੰਮਿਆਂ ਨੂੰ ਬਾਅਦ ਦੇ ਵਿੱਚ ਸਮਝਾਇਆ ਕਰਨਗੇ ਉਦੋਂ ਉਹਨਾਂ ਨੇ ਨਹੀਂ ਮੰਨਣੀ, ਉਹਨਾਂ ਨੇ ਕਹਿਣਾ ਸਾਡੇ ਦੌਰ ਦੇ ਵਿੱਚ ਹੁਣ ਆਹ ਚੱਲਦੇ ਆ। ਕਹਿੰਦੇ ਇੱਕ ਵਾਰੀ ਨਾ ਇਮਤਿਹਾਨ ਦੇ ਵਿੱਚ ਸਵਾਲ ਆਇਆ ਤੇ ਉਹ ਲਿਖਿਆ ਸੀਗਾ ਤਾਰੇ ਕਿਵੇਂ ਟੁੱਟਦੇ ਹਨ ਤੇ ਇਹਨਾਂ ਦੀ ਖੋਜ ਕਿਸ ਨੇ ਕੀਤੀ। ਤਾਂ ਫਿਰ ਨਿਆਣਾ ਜਿਹੜਾ ਕਿ ਗਾਣਿਆਂ ਦੇ ਵਿੱਚ ਬਹੁਤ ਮਸਰੂਫ ਰਹਿੰਦਾ ਸੀ ਸੁਣਨ 'ਚ, ਉਹ ਲਿਖ ਕੇ ਆਇਆ, ਕਹਿੰਦਾ ਜਦੋਂ ਕੋਈ ਮੁਟਿਆਰ ਵਾਅਦੇ ਕਰਕੇ ਹਜ਼ਾਰ ਫਿਰ ਤੋੜ ਦਿੰਦੀ ਸਾਰੇ, ਉਦੋਂ ਟੁੱਟਦੇ ਨੇ ਤਾਰੇ, ਉਦੋਂ ਟੁੱਟਦੇ ਨੇ ਤਾਰੇ, ਤੇ ਇਹਨਾਂ ਤਾਰਿਆਂ ਦੀ ਖੋਜ ਨਛੱਤਰ ਗਿੱਲ ਸਾਹਿਬ ਨੇ ਕੀਤੀ। ਲਓ ਪੜਾ ਲਓ ਨਿਆਣੇ। ਹਾਂ ਪੜਾ ਲਓ, ਇਹਨੂੰ ਬਣਾ ਲਓ ਨੀਲ ਆਰਮਸਟਰਾਂਗ। ਹਾਂ ਮੈਨੂੰ ਤਾਂ ਇਹ ਲੱਗਦਾ ਟਾਣਾ ਸਾਹਿਬ ਵੀ ਆ ਜਿਵੇਂ ਹੁਣ ਰਿਹਾ ਨਾ ਤਾਲਾਬੰਦੀ ਰਹੀ ਹੈ ਤੇ ਬੱਚੇ ਜਿਹੜੇ ਘਰਾਂ ਦੇ ਵਿੱਚ ਰਹੇ ਨੇ 1.5 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ, ਇਹ ਬੱਚੇ ਜ਼ਿਆਦਾਤਰ ਇਦਾਂ ਦੀ ਜਵਾਬ ਲਿਖ ਕੇ ਆਉਣਗੇ। ਬਿਲਕੁਲ ਸਹੀ ਗੱਲ ਹੈ। ਤੇ ਪੰਜਾਬ ਦੇ ਵਿੱਚ ਬੇਸ਼ੱਕ ਅੱਜ ਤੋਂ ਸਕੂਲ ਲੱਗਣੇ ਸ਼ੁਰੂ ਹੋ ਗਏ ਸੋਮਵਾਰ ਤੋਂ, ਪਰ ਅੱਧੇ ਅਧੂਰੇ ਪ੍ਰਬੰਧਾਂ ਦੇ ਨਾਲ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਸਾਥੀ ਆ ਉਹਨਾਂ ਦੇ ਕਰੋਨਾ ਵੈਕਸੀਨ ਨਹੀਂ ਲੱਗੀ। ਬਹੁਤ ਸਾਰੇ ਸਕੂਲਾਂ ਦੇ ਵਿੱਚ ਪ੍ਰਬੰਧ ਸੁਚੱਜੇ ਨਹੀਂ ਕੀਤੇ ਗਏ। ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਜੀ ਕਿ ਸਾਡੀਆਂ ਬੱਸਾਂ ਨਹੀਂ ਜਾਣਗੀਆਂ, ਆਪਦੇ ਨਿਆਣੇ ਆਪੇ ਸਕੂਲ ਦੇ ਵਿੱਚ ਛੱਡ ਕੇ ਜਾਓ। ਤੇ ਜਦੋਂ ਅਸੀਂ ਉੱਥੋਂ ਦੇ ਅਧਿਆਪਕਾਂ ਨੂੰ ਪ੍ਰਬੰਧਕਾਂ ਨੂੰ ਪੁੱਛਦੇ ਹਾਂ ਸਕੂਲ ਦਿਆਂ ਨੂੰ, ਉਹ ਕਹਿੰਦੇ ਜੀ ਸਾਡੀਆਂ ਬੱਸਾਂ ਦੇ ਤੇਲ ਦਾ ਖਰਚਾ ਵੀ ਨਹੀਂ ਨਿਕਲਦਾ। ਹਾਲੇ ਬੱਚੇ ਕਿਹੜਾ ਪੂਰੇ ਆਉਣ ਲੱਗੇ ਆ, ਪਤਾ ਨਹੀਂ ਮਾਪਿਆਂ ਨੇ ਭੇਜਣੇ ਕਿ ਨਹੀਂ ਭੇਜਣੇ, ਪਰ ਗੱਲ ਇਹ ਆ ਵੀ ਪ੍ਰਬੰਧ ਆਪਾਂ ਸੁਲੱਖਣੇ ਕਰਗੇ ਤਾਂ ਜੋ ਸਾਰਾ ਕੁਝ ਪਹਿਲਾਂ ਵਾਂਗੂ ਤਾਬੇ ਆ ਜੀ। ਪਰ ਗੱਲ ਇਹ ਹੈ ਟਾਣਾ ਸਾਹਿਬ, ਮੈਂ ਨਾ ਅਕਸਰ ਮੇਰੇ ਜ਼ਿਹਨ 'ਚ ਸਵਾਲ ਆਉਂਦਾ ਹੁੰਦਾ, ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਤੁਸੀਂ ਵਧੀਆ ਤਰੀਕੇ ਨਾਲ ਸਮਝਾ ਸਕਦੇ ਹੋ। ਗੱਲ ਇਹ ਹੈ ਕਿ ਬੱਚੇ ਚਾਹੇ ਘਰਾਂ 'ਚ ਪੜ੍ਹ ਰਹੇ ਨੇ ਚਾਹੇ ਉਹ ਸਕੂਲ ਜਾ ਕੇ ਪੜ੍ਹਦੇ ਸੀ, ਫੀਸ ਉਹ ਪੂਰੀ ਦੇ ਰਹੇ ਨੇ, ਬੱਚਿਆਂ ਦਾ ਖਰਚਾ ਉਹਨੇ ਦਾ ਉਨਾ ਹੀ ਹੈ, ਫੀਸ ਜਿਹੜੀ ਆ ਉਹ ਕਿਤੇ ਵੀ ਘਟੀ ਨਹੀਂ। ਪਰ ਫਿਰ ਵੀ ਬਹੁਤੇ ਸਕੂਲ ਜਦੋਂ ਇਹ ਕਹਿ ਦਿੰਦੇ ਨੇ ਵੀ ਸਾਡੇ ਤੱਕ ਖਰਚੇ ਹੀ ਨਹੀਂ ਪੂਰੇ ਹੋ ਰਹੇ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਦਾਂ ਕਿਉਂ, ਕਿਉਂਕਿ ਮਾਪੇ ਤਾਂ ਉਨਾ ਹੀ ਖਰਚਾ ਕਰ ਰਹੇ ਨੇ, ਉਨੀਆਂ ਹੀ ਫੀਸਾਂ ਭਰ ਰਹੇ ਨੇ, ਤੇ ਫਿਰ ਵਾਰ-ਵਾਰ ਇਹ ਗੱਲ ਕਿਉਂ ਕਹੀ ਜਾਂਦੀ ਹੈ ਵੀ ਸਾਡੇ ਖਰਚੇ ਨਹੀਂ ਪੂਰੇ ਹੋ ਰਹੇ। ਮੇਰਾ ਇੱਕ ਜਾਣਕਾਰ ਆ, ਉਹ ਜੋ ਕਮਾਉਂਦਾ ਸੋ ਖਰਚ ਕਰਦਾ ਜੀ। ਲੋਕਡਾਊਨ ਦੇ ਵਿੱਚ ਉਹਦਾ ਕੰਮ ਛੁੱਟ ਗਿਆ ਤਾਲਾਬੰਦੀ ਦੇ ਵਿੱਚ, ਹੁਣ ਸਕੂਲ ਲੱਗਣੇ ਸ਼ੁਰੂ ਹੋਏ ਆ ਤਾਂ ਉਹਨੇ 45,000 ਰੁਪਇਆ ਵਿਆਜੂ ਫੜਿਆ। 45,000 ਰੁਪਇਆ ਆਪਦੇ 2 ਨਿਆਣਿਆਂ ਦੀ ਫੀਸ ਜਮ੍ਹਾਂ ਕਰਵਾਉਣੀ ਆ। ਪਿਛਲੇ ਕਈ ਮਹੀਨਿਆਂ ਦੀ ਫੀਸ ਜਮ੍ਹਾਂ ਹੋਈ ਪਈ ਆ। ਉਹ ਕਹਿੰਦੇ ਵੀ ਤੁਹਾਡੇ ਨਿਆਣੇ ਸਕੂਲ ਦੇ ਵਿੱਚ ਵੜ ਨਹੀਂ ਦੇਣੇ ਜੇਕਰ ਪੂਰੀ ਫੀਸ ਪੁਰਾਣੀ ਨਾਲ ਜਮ੍ਹਾਂ ਕਰਵਾਈ ਤਾਂ। ਹੁਣ ਬੰਦਾ ਕੀ ਕਰੂਗਾ ਇੱਥੇ? ਬਿਲਕੁਲ, ਤੁਸੀਂ ਇਹ ਵੇਖੋ ਵੀ ਕੋਈ ਹੈ ਹੀ ਨਹੀਂ ਦੇਖਣ ਵਾਲਾ। ਜਿੰਨੇ ਪ੍ਰਾਈਵੇਟ ਸਕੂਲ ਨੇ, ਨਿੱਜੀ ਸਕੂਲ ਨੇ, ਉਹਨਾਂ ਦੀਆਂ ਫੀਸਾਂ ਮਤਲਬ ਥੱਬੇ ਦੇ ਥੱਬੇ ਤੁਹਾਨੂੰ ਦੇਖੇ ਆਉਣੇ ਪੈਂਦੇ ਨੇ। ਸਰਕਾਰੀ ਸਕੂਲਾਂ ਦੇ ਵਿੱਚ ਕਿਹੋ ਜਿਹੇ ਪ੍ਰਬੰਧ ਪਹਿਲਾਂ ਸੀ, ਠੀਕ ਆ, ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਹਾਲਾਤ ਸੁਧਰ ਗਏ, ਬਹੁਤ ਸਾਰੇ ਪਿੰਡਾਂ ਨੇ ਬਹੁਤ ਕੰਮ ਕੀਤਾ ਉਹਨਾਂ ਸਕੂਲਾਂ ਦੇ ਹਾਲਾਤ ਸੁਧਾਰਨ ਦੇ ਲਈ, ਪਰ ਗੱਲ ਇਹ ਹੈ ਟਾਣਾ ਸਾਹਿਬ ਵੀ ਆਮ ਬੰਦਾ ਜਾਵੇ ਤਾਂ ਜਾਵੇ ਕਿੱਥੇ? ਸਰਕਾਰੀ ਸਕੂਲਾਂ ਦੇ ਵਿੱਚ ਪ੍ਰਬੰਧ ਸਾਰੇ ਸੁਲੱਖਣੇ ਕਰਨੇ ਚਾਹੀਦੇ ਆ। ਕੱਲੀਆਂ ਉੱਥੇ ਰੰਗ ਰੋਗਣ ਕਰਕੇ ਮੋਰ ਘੁੱਗੀਆਂ ਬਣਾ ਦੇਣ ਦੇ ਨਾਲ ਸਾਰਾ ਕੁਝ ਨਹੀਂ ਵਧੀਆ ਹੁੰਦਾ। ਇਹ ਗੱਲ ਸੱਚੀ ਆ ਵੀ ਬਹੁਤ ਗਿਣਤੀ ਸਕੂਲ ਆ ਜਿਹੜੇ ਉਹਨਾਂ ਦੇ ਵਿੱਚ ਰੰਗ ਰੋਗਣ ਸੋਹਣਾ ਹੋ ਗਿਆ, ਉਹਨਾਂ ਦੇ ਵਿੱਚੋਂ ਕਈਆਂ ਦੇ ਵਿੱਚ ਝੂਲੇ ਵੀ ਲੱਗ ਗਏ, ਪਰ ਗੱਲ ਇਹ ਆ ਵੀ ਜਿਹੜੀ ਪੜ੍ਹਾਈ ਆ ਉਹ ਕਿਹੜੇ ਪ੍ਰਸੰਗ ਦੇ ਵਿੱਚ ਹੋਣੀ ਚਾਹੀਦੀ ਆ, ਤੇ ਅਸਾਮੀਆਂ ਕਿੰਨੀਆਂ ਖਾਲੀ ਪਈਆਂ, ਤੇ ਅਧਿਆਪਕ ਸਾਥੀ ਆ ਜਿਹੜੇ ਉਹ ਕਿਸ ਤਰੀਕੇ ਨਾਲ ਪੜਾਉਂਦੇ, ਇਹ ਸਾਰੀਆਂ ਗੱਲਾਂ ਖਿਆਲ ਕਰਨੀਆਂ ਚਾਹੀਦੀਆਂ। ਬਿਲਕੁਲ ਸਹੀ ਗੱਲ ਹੈ। ਤੁਸੀਂ ਇਹ ਵੇਖੋ ਨਾ, ਜਿਹਦੇ ਮੂਹਰੇ ਸਰਕਾਰੀ ਲੱਗ ਜਾਂਦਾ ਹੈ, ਆਮ ਲੋਕਾਂ ਦਾ ਉਸ ਚੀਜ਼ ਤੋਂ ਵਿਸ਼ਵਾਸ ਹੀ ਥੋੜਾ ਜਿਹਾ ਡਗਮਗਾ ਜਾਂਦਾ ਹੈ, ਚਾਹੇ ਸਰਕਾਰੀ ਹਸਪਤਾਲ ਹੋਣ, ਚਾਹੇ ਸਰਕਾਰੀ ਦਫ਼ਤਰ ਹੋਣ, ਚਾਹੇ ਸਰਕਾਰੀ ਸਕੂਲ ਹੋਣ, ਹੈ ਨਾ। ਸੋ ਇਹ ਲੋਕਾਂ ਦੇ ਵਿੱਚ ਵਿਸ਼ਵਾਸ ਬਹੁਤ ਜ਼ਰੂਰੀ ਹੈ ਕਿ ਸਰਕਾਰ ਪੈਦਾ ਕਰੇ, ਉਹ ਤਾਂ ਪੈਦਾ ਹੋਊਗਾ ਜੇ ਚੰਗਾ ਕੰਮ ਕੀਤਾ ਜਾਊਗਾ। ਸਰਕਾਰੀ ਸਕੂਲਾਂ ਦੇ ਬਹੁਤ ਗਿਣਤੀ ਅਧਿਆਪਕ ਬੜੀ ਮਿਹਨਤ ਦੇ ਨਾਲ ਪੜਾਉਂਦੇ ਆ ਜੀ, ਉਹਨਾਂ ਸਾਰਿਆਂ ਦੇ ਉੱਤੇ ਸਲਾਮ ਕਰਨੀ ਬਣਦੀ ਆ, ਪਰ ਗੱਲ ਇਹ ਵੀ ਕਈ ਚੰਗੇ ਤੋਂ ਉਲਟ ਵੀ ਹੁੰਦੇ ਤੇ ਉਹ ਸਮਾਜ ਦੇ ਹਰ ਹਿੱਸੇ ਦੇ ਵਿੱਚ ਆ। ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਜਿਹੜੇ ਬੰਦੇ ਇਮਾਨਦਾਰੀ ਨਾਲ ਆਪਣੀ ਨੌਕਰੀ ਕਰਦੇ ਆ ਉਹਨਾਂ ਦਾ ਧੰਨਵਾਦ ਆ, ਉਹ ਆਪਦੇ ਆਪ ਨੂੰ ਜਵਾਬਦੇ ਹੈਗੇ ਆ, ਪਰ ਜੇਕਰ ਕੋਈ ਉੱਥੇ ਬੋਤਲ ਦਾ ਢੱਟ ਖੋਲ ਕੇ ਬਹਿ ਜਾਊਗਾ, ਕਿਉਂਕਿ ਕਈ ਥਾਵਾਂ ਤੋਂ ਖਬਰਾਂ ਇਹੋ ਜਿਹੀਆਂ ਆਉਂਦੀਆਂ ਵੀ ਉੱਥੇ ਜਾ ਕੇ ਫਲੈਂਗ ਨੇ ਛਾਪਾ ਮਾਰਿਆ ਤੇ ਉੱਥੋਂ ਇਹੋ ਜਿਹੀ ਖਬਰ ਵੀ ਆਈ ਹੈ ਜੀ। ਜਾਂ ਫਿਰ ਜੇ ਕੋਈ ਮੋਬਾਈਲ ਹੀ ਵੇਖੀ ਜਾਊਗਾ ਸਾਰੀ ਦਿਹਾੜੀ, ਜਾਂ ਜੇ ਕੋਈ ਧਿਆਨ ਹੀ ਨਹੀਂ ਦਊਗਾ ਕਿ ਕਲਾਸ 'ਚ ਬੱਚੇ ਕੀ ਕਰ ਰਹੇ ਆ, ਕੀ ਪੜਾਉਣਾ ਉਹਨਾਂ ਨੂੰ, ਤੇ ਫਿਰ ਉੱਥੇ ਕੀ ਕਰ ਲਓਗੇ ਤੁਸੀਂ? ਸੋ ਹਰੇਕ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ, ਤੇ ਉਹ ਜੇ ਤਨਦੇਹੀ ਨਾਲ ਨਿਭਾਉਣਗੇ ਤਾਂ ਹੀ ਇਹ ਸਰਕਾਰੀ ਸਕੂਲਾਂ ਦੇ ਹਾਲਾਤ ਜਿਹੜੇ ਹੋਰ ਜ਼ਿਆਦਾ ਸੁਧਰਨਗੇ। ਨਾਲੇ ਹੁਣ ਤਾਂ ਇਹ ਗੱਲ ਹੋ ਗਈ ਨਾ, ਇੱਕ ਹੱਥ ਦੇ ਤੇ ਇੱਕ ਹੱਥ ਲੈ ਲਾ, ਹੁਣ ਤਾਂ ਆਹ ਗੱਲ ਬਣ ਗਈ। ਪਹਿਲਾਂ ਵਾਲਾ ਦੌਰ ਨਹੀਂ ਰਿਹਾ ਵੀ ਨਿਆਣੇ ਆ ਜਿਹੜੇ ਉਹ ਗੁਰੂ ਦਾ ਦਰਜਾ ਦਿੰਦੇ ਆ, ਤੇ ਗੁਰੂ ਵੀ ਉਹਨਾਂ ਨੂੰ ਆਪਣੇ ਟੱਬਰ ਦੇ ਧੀਆਂ ਪੁੱਤਾਂ ਵਰਗਾ ਸਮਝਦੇ। ਬਹੁਤ ਸਾਰੀਆਂ ਥਾਵਾਂ ਤੇ ਇਹੋ ਜਿਹੀਆਂ ਗੱਲਾਂ ਨਹੀਂ। ਹੁਣ ਤਾਂ ਫੀਸ ਦਿੱਤੀ ਕੰਮ ਲਿਆ, ਫੀਸ ਦਿੱਤੀ ਕੰਮ ਲਿਆ। ਉਹ ਪਹਿਲਾਂ ਵਾਲਾ ਪਿਆਰ ਦੀ ਭਾਵਨਾ ਰਹਿ ਨਹੀਂ ਗਈ, ਸਤਿਕਾਰ ਦੀ ਭਾਵਨਾ ਰਹਿ ਨਹੀਂ ਗਈ, ਹੁਣ ਤਾਂ ਘਰਾਂ 'ਚ ਨਹੀਂ ਰਹੇਗੀ। ਬਿਲਕੁਲ, ਕਹਿੰਦੇ ਵੀ ਇੱਕ ਦਿਨ ਇੱਕ ਬੰਦਾ ਰੋਟੀ ਖਾਈ ਜਾਵੇ ਤੇ ਘਰ ਵਾਲੀ ਰੋਟੀ ਬਣਾ ਬਣਾ ਕੇ ਦੇਈ ਜਾਵੇ, ਤਵੇ ਤੋਂ ਲਾਵੇ ਇੱਕ ਫੁਲਕਾ ਫੁੱਲਿਆ ਉਹਨੂੰ ਫੜਾ ਜੇ। ਉਹ ਕਹਿੰਦਾ ਇੱਕ ਰੋਟੀ ਹੋਰ ਨਹੀਂ,
ਕਹਿੰਦੀ ਹੈ ਨਹੀਂ, ਮੁੱਕ ਗਈ, ਖਤਮ, ਫਿਨਿਸ਼। ਹਾਂ ਉਹ ਕਹਿੰਦਾ ਐ ਕਿਵੇਂ ਮੁੱਕ ਗਈ, ਮੈਂ ਤਾਂ ਹਾਲੇ 3 ਹੀ ਖਾਧੀਆਂ। ਕਹਿੰਦੀ ਕੱਲ ਆਪਾਂ ਗਏ ਸੀ ਨਾ ਬਾਜ਼ਾਰ, ਮੇਰੇ ਸੂਟ ਵੇਲੇ ਮੁੱਕ ਗਏ ਸੀ ਨਾ ਪੈਸੇ, ਉਵੇਂ ਮੁੱਕ ਗਈ। ਬਦਲੇ ਦੀ ਭਾਵਨਾ। ਹਰਮਨ ਜੀ, ਕਦੇ ਕਦੇ ਨਾ ਮੈਂ ਇਸ ਗੱਲ ਦੇ ਉੱਤੇ ਹੈਰਾਨ ਹੋ ਜਾਂਦਾ ਵੀ ਜਿਹੜੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਪਹਿਲਾਂ ਸੀਟ ਨਹੀਂ ਸੀ ਮਿਲਦੀ ਹੁੰਦੀ, ਵਿਦਿਆਰਥੀ ਨੂੰ ਦਾਖਲੇ ਦੇ ਲਈ 100 ਪਾਪੜ ਵੇਲਣੇ ਪੈਂਦੇ ਹੁੰਦੇ ਸੀ। ਕਈ ਕਾਲਜਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਇੰਨੀ ਡੋਨੇਸ਼ਨ ਦਿਓ, ਇੰਨੇ ਪੈਸੇ ਦਿਓ। ਫਿਰ ਕਿਹਾ ਜਾਂਦਾ ਸੀ ਕਿ ਮੈਰਿਟ ਦੇ ਆਧਾਰ ਦੇ ਉੱਤੇ ਅਸੀਂ ਇਹਨਾਂ ਦੀ ਚੋਣ ਕਰਨੀ ਆ। ਅੱਜ ਉਹਨਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਸੀਟਾਂ ਖਾਲੀ ਪਈਆਂ ਤੇ ਅੱਜ ਉਹਨਾਂ ਖਾਲੀਆਂ ਨੂੰ ਭਰਨ ਵਾਲਾ ਹੈ ਕੋਈ ਨਹੀਂਗਾ, ਕਿਉਂਕਿ ਨੌਜਵਾਨ ਮੁੰਡੇ ਕੁੜੀਆਂ ਤਾਂ ਬਾਹਰ ਨੂੰ ਜਾ ਰਹੇ ਆ। ਤੇ ਬਾਹਰ ਨੂੰ ਇਸ ਕਰਕੇ ਜਾ ਰਹੇ ਆ ਪੰਜਾਬ ਦੇ ਨੌਜਵਾਨ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਕੋਈ ਭਵਿੱਖ ਨਹੀਂਗਾ, ਕਿਉਂਕਿ ਘਰ ਘਰ ਰੁਜ਼ਗਾਰ ਦੀਆਂ ਗੱਲਾਂ ਸਿਰਫ ਤੇ ਸਿਰਫ ਆਪਣੀ ਪਾਰਟੀ ਦੇ ਧੀਆਂ ਪੁੱਤਾਂ ਤੱਕ ਸੀਮਿਤ ਰਹਿ ਗਈਆਂ ਤੇ ਆਮ ਲੋਕਾਂ ਤੱਕ ਕੁਝ ਨਹੀਂ। ਤੇ ਜਿਹੜਾ ਕਹਿੰਦੇ ਸੀ ਜੀ ਕਿ ਅਸੀਂ ਰੁਜ਼ਗਾਰ ਮੇਲੇ ਲਾਏ ਆ, ਉਹ ਮੇਲੇ ਤਾਂ ਬਸ ਐਂ ਹੀ ਰਹਿ ਗਏ ਆ। ਉਹਨਾਂ ਮੇਲਿਆਂ ਮੂਲਿਆਂ ਦੇ ਵਿੱਚ ਕੱਢਣ ਪਾਉਣ ਨੂੰ ਕੱਖ ਨਹੀਂ ਸੀਗਾ। ਮੈਨੂੰ ਨਹੀਂ ਅਜੇ ਤੱਕ ਇੱਕ ਵੀ ਨੌਜਵਾਨ ਇਹੋ ਜਿਹਾ ਮਿਲਿਆ ਹਾਲੇ ਤੱਕ ਜਿਹਨੇ ਇਹ ਗੱਲ ਕਹੀ ਹੋਵੇ ਜੀ ਕਿ ਮੈਂ ਆਹ ਯੋਗਤਾ ਹਾਸਲ ਕੀਤੀ ਤੇ ਮੈਨੂੰ ਮੇਰੀ ਯੋਗਤਾ ਦੇ ਮੁਤਾਬਕ ਰੁਜ਼ਗਾਰ ਮੇਲੇ ਦੇ ਵਿੱਚੋਂ ਆਹ ਰੁਜ਼ਗਾਰ ਮਿਲਿਆ ਤੇ ਮੇਰੀ ਤਨਖਾਹ ਹੈਗੀ 40,000, ਮੇਰੀ ਤਨਖਾਹ ਹੈਗੀ 55,000, ਮੇਰੀ ਤਨਖਾਹ ਹੈਗੀ 35,000। ਜੇ ਕਿਸੇ ਨੇ PhD ਵੀ ਕੀਤੀ ਉਹਨੂੰ ਵਿਚਾਰੇ ਨੂੰ 12,000 ਮਿਲਦਾ। ਕਿਸੇ ਨੂੰ ਕਹਿ ਦਿੰਦੇ ਸੀ ਰੁਜ਼ਗਾਰ ਮੇਲੇ 'ਚ ਭਾਈ ਐਂ ਕਰੋ ਤੁਸੀਂ ਨਾ ਬੀਮਾ ਕੰਪਨੀਆਂ ਦੀਆਂ ਪਾਲਿਸੀਆਂ ਕਰਿਆ ਕਰੋ, ਕਿਸੇ ਨੂੰ ਕਹਿ ਦਿੰਦੇ ਸੀ ਸਿਮ ਵੇਚਿਆ ਕਰੋ। ਤੇ ਇਹ ਸਾਰਾ ਕੁਝ ਫੇਲ ਹੋ ਕੇ ਰਹਿ ਗਿਆ। ਇੱਕ ਅੰਕੜਾ ਆਇਆ, ਪੰਜਾਬ ਦੇ 5 ਸਾਲਾਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਸਟੱਡੀ ਦੇ ਆਧਾਰ ਦੇ ਉੱਤੇ, ਪੜ੍ਹਾਈ ਦੇ ਨਾਂ ਦੇ ਉੱਤੇ 2.5 ਲੱਖ ਤੋਂ ਵੱਧ ਵਿਦੇਸ਼ਾਂ ਦੇ ਵੱਲ ਕੂਚ ਕਰ ਗਏ ਆ। ਤੇ ਪੰਜਾਬ ਦੇ ਵਿੱਚ ਰਹੂਗਾ ਕੌਣ, ਸਵਾਲ ਇਹ ਪੈਦਾ ਹੁੰਦਾ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ। ਔਰ ਤੁਸੀਂ ਵੇਖੋ ਕਿ ਹੈਰਾਨ ਕਰਨ ਵਾਲੇ ਅੰਕੜੇ ਨੇ ਕਿ ਜੇ ਦੀ ਔਸਤ ਆਪਾਂ ਕੱਢੀਏ ਤਾਂ ਹਰ 20ਵਾਂ ਘਰ ਪੰਜਾਬ ਦਾ ਜਿਹੜਾ ਹੈ ਉਹਦਾ ਕੋਈ ਨਾ ਕੋਈ ਧੀ ਜਾਂ ਪੁੱਤ ਜਿਹੜਾ ਉਹ ਵਿਦੇਸ਼ ਦੇ ਵਿੱਚ। ਪੰਜਾਬ ਦੇ ਵਿੱਚ ਲਗਭਗ 55 ਲੱਖ ਘਰ ਆ ਜੀ। ਉਹਦੇ ਮੁਤਾਬਕ ਜੇਕਰ ਆਪਾਂ ਦੇਖੀਏ ਤਾਂ ਹਰ 20ਵੇਂ ਘਰ ਦੇ ਵਿੱਚੋਂ ਇੱਕ ਮੁੰਡਾ ਜਾਂ ਕੁੜੀ ਪੜ੍ਹਾਈ ਦੇ ਨਾਤੇ ਉਹ ਬਾਹਰਲੇ ਮੁਲਕ ਦੇ ਵਿੱਚ ਗਿਆ ਜੀ। ਤੇ ਇਸੇ ਔਸਤ ਦੇ ਹਿਸਾਬ ਦੇ ਨਾਲ, ਇਸੇ ਅੰਕੜੇ ਦੀ ਔਸਤ ਦੇ ਹਿਸਾਬ ਦੇ ਨਾਲ ਜਨਵਰੀ 2016 ਤੋਂ ਫਰਵਰੀ 2021 ਤੱਕ ਹਰ ਰੋਜ਼ 140 ਜਣੇ ਤਕਰੀਬਨ ਬਾਹਰ ਜਾਂਦੇ ਰਹੇ ਨੇ ਹਰ ਰੋਜ਼। ਔਰ ਉਸ ਤੋਂ ਬਾਅਦ ਵਿੱਚ ਤੁਸੀਂ ਇਹ ਵੇਖੋ ਟਾਣਾ ਸਾਹਿਬ ਕਿ ਲਗਭਗ 4000 ਕਰੋੜ ਰੁਪਈਆ ਇਹ ਜਿਹੜੀਆਂ ਫੀਸਾਂ ਭਰੀਆਂ ਨੇ ਇੱਥੋਂ ਮਾਪਿਆਂ ਨੇ, ਇਹ 4000 ਕਰੋੜ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਗਿਆ। ਪੰਜਾਬ ਦਾ 4000 ਕਰੋੜ ਰੁਪਈਆ ਵੀ ਗਿਆ। ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕਿ ਬਹੁਤ ਕਾਬਲ ਸੀ ਉਹ ਵੀ ਮਜਬੂਰੀ 'ਚ ਚਲੇ ਗਏ ਤੇ ਸਾਡੇ ਕੋਲੇ ਕੀ ਰਹਿ ਗਿਆ ਜੀ? ਕੁਛ ਵੀ ਨਹੀਂ। ਔਰ 2016 ਦੇ ਵਿੱਚ ਜੇ ਆਪਾਂ ਇਹ ਅੰਕੜਿਆਂ ਦੀ ਗੱਲ ਕਰੀਏ, 2016 ਚ 36,743, ਉਸ ਤੋਂ ਬਾਅਦ 17 ਦੇ ਵਿੱਚ 52,160, 18 ਦੇ ਵਿੱਚ 60,331, 19 ਦੇ ਵਿੱਚ 73,574 ਤੇ 20 ਦੇ ਵਿੱਚ 33,413 ਵਿਦਿਆਰਥੀ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਨੇ। ਤੇ 20 ਚ 33,413। ਸੋ ਕਿਹਾ ਜਾ ਰਿਹਾ ਹੈ ਕਿ 5 ਸਾਲਾਂ ਦੇ ਵਿੱਚ 2,62,000 ਵਿਦਿਆਰਥੀ ਜਿਹੜੇ ਨੇ ਉਹ ਬਾਹਰ ਗਏ ਨੇ। ਇਹ ਸਾਡੇ ਪੰਜਾਬ ਦਾ ਅੱਜ ਆ ਤੇ ਪੰਜਾਬ ਦਾ ਭਲਕ ਕੀ ਹੋਊਗਾ ਇਹਦੇ ਬਾਬਤ ਅੰਦਾਜ਼ਾ ਲਾਉਣਾ ਔਖਾ ਨਹੀਂਗਾ ਜੀ। ਬਿਲਕੁਲ। ਸਾਡੀ ਕੋਈ ਵੀ ਸਰਕਾਰ ਆ ਜਾਂਦੀ ਪੰਜਾਬ ਦੇ ਵਿੱਚ ਉਹ ਕਹਿੰਦੀ ਜੀ ਪੰਜਾਬ ਨੂੰ ਅਸੀਂ ਇਹਦੇ ਵਰਗਾ ਬਣਾ ਦੇਾਂਗੇ, ਪੰਜਾਬ ਨੂੰ ਅਸੀਂ ਕੈਨੇਡਾ ਬਣਾ ਦੇਾਂਗੇ, ਪੰਜਾਬ ਨੂੰ ਅਸੀਂ ਅਮਰੀਕਾ ਬਣਾ ਦੇਾਂਗੇ। ਆਹ ਕੁਝ ਆ। ਜੇਕਰ ਇੱਥੇ ਕੈਨੇਡਾ ਅਮਰੀਕਾ ਤਾਂ ਬਾਕੀ ਗੱਲਾਂ ਬਾਅਦ ਦੀਆਂ, ਜੇ ਇਹ ਪੰਜਾਬ ਵਾਂਗੂ ਹੀ ਰਹਿਣ ਦਿੱਤਾ ਜਾਂਦਾ ਤਾਂ ਇੱਥੋਂ ਕਿਸੇ ਨੇ ਬਾਹਰਲੇ ਮੁਲਕ ਨੂੰ ਭੱਜਣਾ ਨਹੀਂ ਸੀ। ਮੇਰਾ ਨਾ ਇੱਕ ਜਾਣਕਾਰ ਆ, ਉਹਦੇ ਕੋਲੇ ਇੱਥੇ ਵਾਹਵਾ ਜ਼ਮੀਨ ਆ, ਉਹ ਇੱਥੇ ਆਇਆ ਇੱਕ ਵਾਰੀ ਬਾਹਰਲੇ ਮੁਲਕ ਦੇ ਵਿੱਚੋਂ। ਮੈਂ ਉਹਨੂੰ ਕਿਹਾ ਵੀ ਯਾਰ ਤੇਰੇ ਕੋਲੇ ਜ਼ਮੀਨ ਵੀ ਚੰਗੀ ਆ, ਤੇਰੇ ਇੱਥੇ ਪੱਠੇ ਵੀ 2-3 ਹੈਗੇ ਆ, ਤੇ ਤੂੰ ਬਾਹਰਲੇ ਮੁਲਕ ਨੂੰ ਕਿਉਂ ਭੱਜਿਆ? ਕਹਿੰਦਾ ਵੀਰੇ ਮੈਂ ਗਿਆ ਨਿਆਣਿਆਂ ਵਾਸਤੇ। ਮੈਂ ਕਿਹਾ ਵੀ ਨਿਆਣਿਆਂ ਨੂੰ ਇੱਥੇ ਕੀ ਹੁੰਦਾ, ਅਸੀਂ ਵੀ ਤਾਂ ਰਹੀ ਜਾਂਦੇ ਆ, ਬਾਕੀ ਲੋਕ ਵੀ ਤਾਂ ਰਹੀ ਜਾਂਦੇ ਆ। ਕਹਿੰਦਾ ਬਾਈ ਜੀ ਇੱਥੇ ਰਹਿਣਾ ਕਿਹਨੇ ਆ? ਕਹਿੰਦਾ ਇੱਥੇ ਉਹ ਰਹੂਗਾ ਜਿਹਦਾ ਵੱਸ ਨਹੀਂ ਚੱਲਦਾ, ਕਿਉਂਕਿ ਇੱਥੋਂ ਦੀਆਂ ਸਰਕਾਰਾਂ ਨੇ ਕੱਖ ਨਹੀਂ ਕਰਨਾ, ਨਾ ਲੋਕਾਂ ਨੇ ਜ਼ਿੰਮੇਵਾਰੀ ਅਦਾ ਕਰਨੀ ਹੈ, ਨਾ ਸਰਕਾਰਾਂ ਨੇ ਜ਼ਿੰਮੇਵਾਰੀ ਅਦਾ ਕਰਨੀ ਹੈ। ਹੁਣ ਜੇ ਕਹਿੰਦਾ ਮੈਂ ਮੰਨ ਲਓ ਮਹੀਨੇ ਦਾ 3 ਲੱਖ ਰੁਪਈਆ ਵੀ ਕਮਾਉਂਦਾ ਹੋਵਾਂ, ਇਹ ਨਹੀਂ ਪਤਾ ਮੇਰੇ ਨਿਆਣੇ ਨੂੰ ਕੁੱਤਾ ਕਦੋਂ ਖਾ ਜੇ, ਇਹ ਨਹੀਂ ਪਤਾ ਸੜਕ ਦੇ ਉੱਤੇ ਅਵਾਰਾ ਪਸ਼ੂ ਕਦੋਂ ਮੂਹਰੇ ਆ ਜੇ, ਇਹ ਨਹੀਂ ਪਤਾ ਕਿਹੜਾ ਬੰਦਾ ਤੁਹਾਡੇ ਗੋਲੀ ਮਾਰ ਕੇ ਭੱਜੇ, ਇਹ ਨਹੀਂ ਪਤਾ ਤੁਹਾਡੇ ਮੋਟਰਸਾਈਕਲ ਨੂੰ ਕਿਹੜਾ ਲੁੱਟਣ ਆ ਜੇ, ਤੁਹਾਡੀ ਧੀ ਭੈਣ ਨੂੰ ਛੇੜਨ ਕੌਣ ਆ ਜੇ। ਕਹਿੰਦਾ ਇਸ ਕਰਕੇ ਮੈਂ ਬਾਹਰਲੇ ਮੁਲਕ ਨੂੰ ਭੱਜਿਆ। ਤੇ ਮੈਨੂੰ ਉਹਦੀ ਗੱਲ ਸੁਣ ਕੇ ਇਉਂ ਲੱਗਾ ਵੀ ਯਾਰ ਮੈਂ ਕੀ ਕਵਾਂ ਤੇ ਕੀ ਨਾ ਕਵਾਂ, ਕਿਉਂਕਿ ਇਹ ਸੱਚੀ ਮੁੱਚੀ ਪੰਜਾਬ ਦਾ ਵਰਤਮਾਨ ਆ, ਇਹਦੇ ਵਿੱਚ ਪੀੜ ਲੁਕੀ ਹੋਈ ਆ।
ਸੋ ਅਸੀਂ ਤਾਂ ਚਾਹੁੰਦੇ ਜੀ ਕਿ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਹੀ ਮਿਹਨਤ ਕਰਨ, ਪਰ ਜੇਕਰ ਪੰਜਾਬ ਦੇ ਵਿੱਚ ਮਿਹਨਤ ਦਾ ਮੁੱਲ ਪੈਂਦਾ ਹੋਵੇ ਉਹ ਤਾਂ ਟਿਕੇ ਰਹਿਣਗੇ, ਨਹੀਂ ਤਾਂ ਚੰਗੇ ਲੋਕ ਸਾਰਾ ਕੁਝ ਵੇਚ ਵਟ ਕੇ ਜਿਵੇਂ ਬਾਹਰਲੇ ਮੁਲਕ ਨੂੰ ਭੱਜ ਰਹੇ ਆ, ਤੇ ਪੰਜਾਬ ਦੇ ਵਿੱਚ ਰਹੂ ਕੌਣ? ਦੇਖੋ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਜਿੰਨੇ ਵੀ ਬਾਹਰਲੇ ਮੁਲਕ ਨੇ ਉਹ ਸਾਡੀ ਮਿਹਨਤ ਦਾ ਮੁੱਲ ਸਾਨੂੰ ਦੇ ਰਹੇ ਨੇ। ਬਿਲਕੁਲ ਸਹੀ। ਉਹ ਹੱਥ ਖਿਲਾਰ ਕੇ ਬਾਹਾਂ ਖਿਲਾਰ ਕੇ ਸਾਨੂੰ ਜੀ ਆਇਆਂ ਨੂੰ ਕਹਿ ਰਹੇ ਨੇ, ਸਾਨੂੰ ਸੰਭਾਲ ਰਹੇ ਨੇ, ਸਾਡੀ ਜੋ ਯੋਗਤਾ ਹੈ ਉਹਨੂੰ ਵਰਤ ਰਹੇ ਨੇ। ਪਰ ਆਪਣੇ ਮੁਲਕ ਦੇ ਵਿੱਚ ਰਹਿ ਕੇ ਸਭ ਤੋਂ ਵੱਡਾ ਅਫਸੋਸ ਇਸ ਚੀਜ਼ ਦਾ ਹੁੰਦਾ ਹੈ ਕਿ ਜਦੋਂ ਨਿਆਣਾ ਡਿਗਰੀ ਕਰ ਲੈਂਦਾ ਨਾ, ਜਦੋਂ ਪੜ੍ਹ ਲਿਖ ਜਾਂਦਾ, ਫਿਰ ਪਤਾ ਲੱਗਦਾ ਅੱਛਾ ਆਹ ਵਾਲੇ ਕੋਰਸ ਦੀ ਤਾਂ ਇੱਥੇ ਨੌਕਰੀ ਹੋਈ ਹੈ ਨਹੀਂ ਗੀ। ਫਿਰ ਉਹ ਸੁਰਿੰਦਰਪਾਲ ਬਣ ਕੇ ਤੇ ਉਹ ਟਾਵਰ ਤੇ ਚੜ੍ਹਦਾ ਪਟਿਆਲੇ ਦੇ ਵਿੱਚ ਜੀ, ਤੇ ਫਿਰ ਉਹਨੂੰ ਲਾਹਣਤਾਂ ਪਾਉਂਦੀਆਂ ਸਰਕਾਰਾਂ ਵੀ ਇਹ ਜਾਣਬੁੱਝ ਕੇ ਨਹੀਂ ਉਤਰਦੇ ਤਾਂ ਰਾਜਨੀਤੀ ਕਰਦਾ। ਉਸ ਨੌਜਵਾਨ ਦੇ ਬੋਝੇ ਦੇ ਵਿੱਚ ਡਿਗਰੀਆਂ ਹੁੰਦੀਆਂ, ਉਹ ਕਹਿੰਦਾ ਮੈਂ ਕਰਜ਼ਾ ਚੱਕ ਕੇ ਡਿਗਰੀਆਂ ਕੀਤੀਆਂ, ਤੇ ਕੋਈ ਨੌਕਰੀ ਦੇਣ ਵਾਲਾ ਉਹਨੂੰ ਨਹੀਂ ਹੁੰਦਾ। ਉਹ ਕਈ ਮਹੀਨੇ ਟਾਵਰ ਦੇ ਉੱਤੇ ਬੈਠਾ ਰਹਿੰਦਾ, 200 ਫੁੱਟ ਉੱਚੇ ਟਾਵਰ ਦੇ ਉੱਤੇ, ਪਰ ਉਹਦੀ ਸਾਰ ਲੈਣ ਵਾਲਾ ਕੋਈ ਆਉਂਦਾ ਹੀ ਨਹੀਂ। ਬਿਲਕੁਲ ਸਹੀ। ਟਾਣਾ ਸਾਹਿਬ ਹਾਲੇ ਤਾਂ ਇਕੱਲੇ ਪੰਜਾਬ ਦੀ ਗੱਲ ਕੀਤੀ ਹੈ, ਹੁਣ ਭਾਰਤ ਦੇ ਹੋਰ ਸੂਬੇ ਵੱਲ ਨੂੰ ਚੱਲਦੇ ਆ। ਤੇ ਭਾਰਤ ਦੀ ਸਰਕਾਰ ਵੀ ਤਾਂ ਉਹੋ ਜੀ ਆ ਜੀ, ਚੰਦਰਿਆਂ ਵਾਲਾ ਕੰਮ ਕੀਤਾ ਇਹਨਾਂ ਨੇ ਹਮੇਸ਼ਾ। 2 ਕਰੋੜ ਨੌਕਰੀ ਅਸੀਂ ਹਰ ਸਾਲ ਦਿਆ ਕਰਾਂਗੇ, ਇਹਨਾਂ ਨੇ ਇਹ ਵਾਅਦਾ ਕੀਤਾ ਸੀ। ਤੇ ਬਾਅਦ ਦੇ ਵਿੱਚ ਜਿਹੜੇ ਪਕੌੜੇ ਤਲਦੇ ਆ ਉਹਨਾਂ ਨੂੰ ਵੀ ਮੰਨਣ ਲੱਗ ਪਏ ਵੀ ਭਾਈ ਇਹ ਵੀ ਰੁਜ਼ਗਾਰ ਦਾ ਹਿੱਸਾ। ਮਤਲਬ ਇਹ ਆ ਵੀ ਆਪਦੇ ਕੋਲੋਂ ਤਾਂ ਕੀ ਦੇਣਾ, ਆਪ ਤਾਂ ਇਹ ਹੁਕਮ ਜਾਰੀ ਕਰਦੇ ਆ ਆਪਾਂ ਪੈਨਸ਼ਨਾਂ ਇਹਦੀਆਂ ਬੰਦ ਕਰ ਦੇਣੀਆਂ, ਇਹਨੂੰ ਅਸੀਂ ਨਿੱਜੀਕਰਨ ਕਰ ਦੇਣਾ। ਹੁਣ ਤਾਂ ਭਾਈ ਇਹ ਸੋਚਣਾ ਪੈਂਦਾ ਤੜਕੇ ਉੱਠ ਕੇ ਵੀ ਜਿਹੜੀ ਬੈਂਕ ਦੇ ਵਿੱਚ ਮੇਰਾ ਖਾਤਾ ਹੈਗਾ ਉਹ ਵੀ ਇਹਨਾਂ ਨੇ ਕਿਤੇ ਝਪਟ ਤਾਂ ਨਹੀਂ ਲਈ ਜੀ। ਇਹ ਤਾਂ ਨਹੀਂ ਵੀ ਕਿਤੇ ਉਹਨੂੰ ਵੀ ਬੰਦ ਕਰ ਗਿਆ ਕੋਈ, ਇਹ ਤਾਂ ਨਹੀਂ ਵੀ ਇਹ ਕਿਹੜੀ ਬੈਂਕ ਦੇ ਵਿੱਚ ਮਰਜ ਹੋ ਗਈ ਆ, ਕਿਹਦੇ ਵਿੱਚ ਇਹਦਾ ਲੇਵਾ ਹੋ ਗਿਆ, ਪਹਿਲਾਂ ਇਹ ਸੋਚਣਾ ਪੈਂਦਾ ਉੱਠ ਕੇ। ਸਾਡੀਆਂ ਸਰਕਾਰਾਂ ਦਾ ਤਾਂ ਇਹ ਹਾਲ ਹੈ ਟਾਣਾ ਸਾਹਿਬ, ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਵੀ ਸਾਡੇ ਆਉਂਗੇ ਤਾਂ ਕੀ ਲਿਆਉਂਗੇ, ਤੁਹਾਡੇ ਆਵਾਂਗੇ ਤਾਂ ਕੀ ਦਿਓਗੇ। ਸਾਡੀ ਸਰਕਾਰ ਇਉਂ ਹੀ ਕਰਦੀ ਹੈ, ਕਦੇ ਪੀਐਮ ਕੇਅਰਸ ਫੰਡ ਤੇ ਕਦੇ ਸੀਐਮ ਕੇਅਰਸ ਫੰਡ ਤੇ ਜਦੋਂ ਲੋਕ ਪੈਸਾ ਦੇ ਦਿੰਦੇ ਨੇ ਬਾਅਦ ਚੋਂ ਪੁੱਛਦੇ ਵੀ ਕਿੱਥੇ ਖਰਚ ਕੀਤਾ, ਫਿਰ ਕਹਿੰਦੇ ਨਹੀਂ ਅਸੀਂ ਦੱਸ ਨਹੀਂ ਸਕਦੇ। ਲੋਕ ਲਾਇਕ ਵੀ ਹਰਮਨ ਜੀ ਇਸੇ ਹੀ ਆ। ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਭੁੱਲਦਾ ਵੀ ਲੋਕਾਂ ਨਾਲ ਉਹੋ ਜਿਹਾ ਕੁਝ ਹੁੰਦਾ ਜਿਹੋ ਜਿਹੇ ਲੋਕ ਆਪ ਆ ਜੀ। ਕਿਉਂਕਿ ਆ ਹੁਣ 110 ਰੁਪਏ ਲੀਟਰ ਭਾਰਤ ਦੇ ਕਈ ਹਿੱਸੇ 'ਚ ਪੈਟਰੋਲ ਹੋ ਗਿਆ, ਹੈ ਕੋਈ ਚੀਕਣ ਵਾਲਾ? ਘਰੇ ਬੈਠੇ ਚੀਕੀ ਜਾਂਦੇ, ਕੋਈ ਹੈ ਸੜਕ ਦੇ ਉੱਤੇ ਆਉਣ ਵਾਲਾ? ਜੇਕਰ ਆਪਾਂ ਇਹ ਗੱਲ ਕਹਿੰਦੇ ਆ ਵੀ ਭਾਈ 56 ਇੰਚ ਦੀ ਛਾਤੀ ਐਂ ਕਰਨੀ ਹੁੰਦੀ, ਫਿਰ ਠੀਕ ਆ ਭਾਈ ਭਰੀ ਚੱਲੋ। ਫਿਰ ਪੈਟਰੋਲ ਦੀਆਂ ਵੀ ਕੀਮਤਾਂ ਵੱਧ ਭਰੀ ਚੱਲੋ, ਤੇ ਆ ਜਿਹੜਾ ਰਸੋਈ ਗੈਸ ਆ ਉਹਦੀਆਂ ਵੀ ਭਰੀ ਚੱਲੋ। ਹੌਲੀ ਬਾਕੀ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ, ਸਸਤਾ ਹੋਇਆ ਕੀ ਆ? ਗੱਲ ਤਾਂ ਇਹ ਹੈ। ਸੋ ਖੈਰ ਮੈਂ ਕਹਿ ਰਹੀ ਸੀ ਹੋਰ ਸੂਬੇ ਵੱਲ ਨੂੰ ਚੱਲੀਏ। ਹੁਣ ਆਪਾਂ ਗੱਲ ਕਰਦੇ ਹਾਂ ਕੋਲਕਾਤਾ ਦੀ। ਕੋਲਕਾਤਾ ਦੇ ਵਿੱਚ ਇੱਕ ਸਰਕਾਰੀ ਹਸਪਤਾਲ ਹੈ, ਉੱਥੇ ਜਿਹੜਾ ਮੁਰਦਾ ਘਰ ਦੇ ਵਿੱਚ ਮੁਰਦਿਆਂ ਨੂੰ ਸੰਭਾਲਣ ਦੇ ਲਈ ਉਹਨਾਂ ਅਸਾਮੀਆਂ ਕੱਢੀਆਂ ਗਈਆਂ ਕਿ ਉਹਨਾਂ ਨੂੰ ਉੱਥੇ 6 ਬੰਦਿਆਂ ਦੀ ਲੋੜ ਸੀ। 6 ਅਸਾਮੀਆਂ ਲਈ ਕਿੰਨੀਆਂ ਅਰਜ਼ੀਆਂ ਆਈਆਂ ਹੋਣ? ਹਜ਼ਾਰਾਂ। ਟਾਣਾ ਸਾਹਿਬ 8000 6 ਅਸਾਮੀਆਂ 8000 ਉਹਦੇ ਚ ਅਰਜ਼ੀਆਂ ਆਈਆਂ ਜੀ। ਤੇ ਇੱਥੇ ਨੌਕਰੀ ਵਾਸਤੇ ਯੋਗਤਾ ਸੀਗੀ 8ਵੀਂ ਪਾਸ। ਬਿਲਕੁਲ। ਉਮਰ ਹੱਦ ਹੈਗੀ ਆ 25 ਤੋਂ ਲੈ ਕੇ 42 ਸਾਲ ਤੇ ਤਨਖਾਹ ਹੈਗੀ ਲਗਭਗ 12 ਤੋਂ ਲੈ ਕੇ 15000 ਤੇ ਅਰਜ਼ੀਆਂ ਪਹੁੰਚ ਗਈਆਂ ਇੱਥੇ 8000। ਚਾਹੀਦਾ 8 ਪੜਿਆ ਜਾਂ 10 ਪੜਿਆ ਤੇ ਆਏ ਹੈਗੇ ਇੱਥੇ ਇੰਜੀਨੀਅਰ। ਇੱਥੇ ਅਰਜ਼ੀਆਂ ਦਿੱਤੀਆਂ ਹੈਗੀਆਂ 2-2 3-3 ਐਮਏ ਕਰਨ ਵਾਲਿਆਂ ਨੇ, ਇੱਥੇ ਅਰਜ਼ੀਆਂ ਦਿੱਤੀਆਂ ਹੈਗੀਆਂ ਗ੍ਰੈਜੂਏਸ਼ਨ ਕਰਨ ਵਾਲਿਆਂ ਨੇ। ਉਹ ਕਹਿੰਦੇ ਵੀ ਸਾਨੂੰ ਨੌਕਰੀ ਤੇ ਰੱਖ ਲਓ। ਹੁਣ ਇਹਨਾਂ ਦੇ ਵਿੱਚੋਂ 6-7 ਜਿਹੜੇ ਨੂੰ ਲਿਖਤੀ ਪ੍ਰੀਖਿਆ ਦੇ ਲਈ ਬੁਲਾਇਆ ਗਿਆ। ਮਤਲਬ ਇਹ ਆ ਵੀ ਭਾਰਤ ਦੇ ਕਿਸੇ ਵੀ ਹਿੱਸੇ ਦੀ ਗੱਲ ਕਰ ਲਈਏ, ਸਰਕਾਰਾਂ ਨੇ ਆਹ ਕੁਝ ਕਰ ਦਿੱਤਾ। ਇੱਥੇ ਪੰਜਾਬ ਦੇ ਵਿੱਚ ਵੀ ਬੁਰਾ ਹਾਲ ਤੇ ਇਧਰ ਭਾਰਤ ਦੇ ਬਾਕੀ ਹਿੱਸੇ ਦੇ ਵਿੱਚ ਵੀ ਬੁਰਾ ਹਾਲ, ਤੇ ਕੇਂਦਰ ਦੀ ਸਰਕਾਰ ਟਾਰਾ ਮਾਰੀ ਜਾਂਦੀ ਹੈ ਕਿ ਨੌਕਰੀ ਦੇ ਮਾਮਲੇ 'ਚ ਅਸੀਂ ਵੱਟ ਕੱਢਤੇ। ਸੂਬਿਆਂ ਦੀਆਂ ਸਰਕਾਰਾਂ ਕਹਿੰਦੀਆਂ ਅਸੀਂ ਕਮਾਲ ਕਰੀ ਜਾਂਦੇ ਆ, ਤੇ ਮੁਰਦੇ ਸੰਭਾਲਣ ਵਾਸਤੇ ਨੌਕਰੀ ਨਹੀਂ ਮਿਲ ਰਹੀ। ਮੁਰਦੇ ਸੰਭਾਲਣ ਵਾਸਤੇ ਤੁਹਾਨੂੰ ਚੇਤੇ ਹੋਣਾ ਇੱਕ ਵਾਰੀ ਬਠਿੰਡੇ ਦੀਆਂ ਕਚਹਿਰੀਆਂ ਦੇ ਵਿੱਚ ਅਸਾਮੀਆਂ ਨਿਕਲੀਆਂ ਸੀ, ਉੱਥੇ ਵੀ 8-10 ਪਾਸ ਚਾਹੀਦੇ ਸੀ ਨੌਜਵਾਨ, ਪਰ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈਆਂ ਅਰਜ਼ੀਆਂ। ਇਹ ਤਾਂ ਹੁਣ ਪੰਜਾਬ ਦੇ ਵਿੱਚ ਵੀ ਚੱਲਦਾ। ਤੁਹਾਨੂੰ ਯਾਦ ਹੋਏਗਾ ਟਾਣਾ ਸਾਹਿਬ ਪਹਿਲਾਂ ਦਰਜਾ 4 ਕਰਮਚਾਰੀਆਂ ਦੀਆਂ ਅਸਾਮੀਆਂ ਵੀ ਨਿਕਲੀਆਂ ਸੀ, ਜਿਹਦੇ ਲਈ ਵੀ ਉਹਨਾਂ ਨੇ 8ਵੀਂ ਪਾਸ ਯੋਗਤਾ ਜਿਹੜੀ ਆ ਉਹ ਰੱਖੀ ਸੀ, ਤੇ ਉਹਦੇ ਲਈ ਵੀ PhD ਤੱਕ ਕੀਤੀਆਂ ਹੋਈਆਂ ਸੀ, ਜਿਨ੍ਹਾਂ ਨੇ ਉਹਨਾਂ ਦੀਆਂ ਅਰਜ਼ੀਆਂ ਗਈਆਂ ਸੀ ਵੀ ਸਾਨੂੰ ਨੌਕਰੀ ਦੇ ਦਿਓ। ਉਸ ਤੋਂ ਪਹਿਲਾਂ ਫਿਰ ਉਹ ਫਾਟਕ ਦੇ ਉੱਪਰ ਉਹ ਜਿਹੜੇ ਬੰਦੇ ਦੀ ਡਿਊਟੀ ਲਾਉਣ ਵਾਲੇ ਹਟਾਉਣ ਵਾਲੇ ਜੀ, ਉਹਦੀਆਂ ਅਸਾਮੀਆਂ ਨਿਕਲੀਆਂ ਸੀ। ਉਹਦੇ ਲਈ ਵੀ ਇਸੇ ਤਰੀਕੇ ਨਾਲ ਬਹੁਤ ਵੱਡੀ ਯੋਗਤਾ ਵਾਲੇ ਜਿਹੜੇ ਲੋਕ ਸੀ ਉਹਨਾਂ ਨੇ ਅਰਜ਼ੀਆਂ ਦਿੱਤੀਆਂ ਸੀ। ਗੱਲ ਇਹ ਹੈ ਕਿ ਲੋਕ ਤਾਂ ਹੁਣ ਸਾਰਾ ਕੁਝ ਕਰੀ ਬੈਠੇ, ਜਿਹੜੇ ਕੋਰਸ ਤੁਸੀਂ ਮੰਗਦੇ ਹੋ, ਜੋ ਡਿਗਰੀਆਂ ਤੁਸੀਂ ਮੰਗਦੇ ਹੋ, ਜਿਹੜੇ ਟੈਸਟ ਤੁਸੀਂ ਕਹਿੰਦੇ ਹੋ ਪਾਸ ਹੋਣੇ ਚਾਹੀਦੇ ਆ, ਉਹ ਸਾਰਾ ਕੁਝ ਤਾਂ ਲੋਕ ਕਰੀ ਜਾਂਦੇ, ਪਰ ਬਦਲੇ 'ਚ ਉਹਨਾਂ ਨੂੰ ਨੌਕਰੀ ਥਾਂ ਤੇ ਤੁਸੀਂ ਲਾਰੇ ਦੇਈ ਜਾਂਦੇ ਹੋ। ਦੇਸ਼ ਦਾ ਬਣੂਗਾ ਕੀ ਜੀ? ਇਹ ਗੱਲ ਨੂੰ ਸੋਚਣ ਵਾਲੇ ਵੀ ਬਹੁਤ ਘੱਟ ਆ।
ਬਾਕੀ ਤਾਂ ਖੜਦਮਾਗਾ ਦਾ ਟੋਲਾ ਹੀ ਆ, ਜਿੱਧਰ ਨੂੰ ਮਰਜ਼ੀ ਤੋਰ ਲਓ, ਐ ਨੂੰ ਤੋਰ ਲਓ, ਉਧਰ ਨੂੰ ਤੋਰ ਲਓ। ਆ ਜਦੋਂ ਹੁਣ ਪੰਜਾਬ ਦੇ ਵਿੱਚ ਵੀ ਰੈਲੀਆਂ ਹੁੰਦੀਆਂ, ਆ ਲਾਂਗੜ ਚੱਕ ਕੇ ਕੋਈ ਐ ਨੂੰ ਤੁਰ ਪੂਗਾ, ਕੋਈ ਐ ਨੂੰ ਤੁਰ ਪੂਗਾ, ਹੈ ਹੀ ਨਹੀਂ, ਸਿਰ ਦੇ ਨਾਲ ਸੰਬੰਧ ਹੀ ਕੋਈ ਨਹੀਂ। ਕਿਸੇ ਨੂੰ ਗਾਲਾਂ ਕਢਵਾ ਲਓ ਜੀ, ਕਿਸੇ ਨੂੰ ਰੋਟੀ ਦੇ ਨਾਂ ਦੇ ਉੱਤੇ ਜਦੋਂ ਮਰਜ਼ੀ ਮਗਰ ਲਾ ਲਓ, ਕਿਸੇ ਨੂੰ 2 ਪੈਗ ਦੇ ਕੇ ਭਾਵੇਂ ਢੱਠੇ ਖੂਹ ਸੁੱਟ ਦਿਓ। ਇਦਾਂ ਦੀ ਸਾਡੀ ਮਾਨਸਿਕਤਾ ਬਣੀ ਪਈ ਹੈ। ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਟਾਣਾ ਸਾਹਿਬ ਵੀ ਲੋਕਾਂ ਨੂੰ ਚਾਅ ਕਾਹਦਾ ਚੜਦਾ ਰੈਲੀਆਂ ਦਾ। ਤੁਸੀਂ ਵੇਖੋ ਮਸਲੇ ਅੱਜ ਵੀ ਜਿਉਂ ਦੇ ਤਿਉਂ ਖੜੇ ਨੇ। ਜਿਹੜੇ ਲੋਕ ਰੈਲੀਆਂ 'ਚ ਜਾਂਦੇ ਨੇ ਉਹਨਾਂ ਦੇ ਆਪਦੇ ਧੀਆਂ ਪੁੱਤਾਂ ਨੂੰ ਵੀ ਨੌਕਰੀਆਂ ਨਹੀਂ ਮਿਲ ਰਹੀਆਂ ਹੋਣਗੀਆਂ, ਉਹ ਆਪ ਵੀ ਪੈਟਰੋਲ 110 ਰੁਪਏ ਲੀਟਰ ਹੀ ਲੈ ਰਹੇ ਹੋਣਗੇ, ਉਹ ਆਪ ਵੀ ਉਸੇ ਮਹਿੰਗਾਈ ਦੇ ਨਾਲ ਮੱਥਾ ਮਾਰ ਰਹੇ ਹੋਣਗੇ ਜਿਹਦੇ ਨਾਲ ਉਹ ਲੋਕ ਵੀ ਮੱਥਾ ਮਾਰੇ ਜਿਹੜੇ ਵਿਚਾਰੇ ਕਿਤੇ ਨਹੀਂ ਆਉਂਦੇ ਜਾਂਦੇ ਹਨਾ। ਪਰ ਫਿਰ ਵੀ ਰੈਲੀਆਂ ਦਾ ਉਹਨਾਂ ਨੂੰ ਇੰਨਾ ਚਾਅ ਹੁੰਦਾ, ਝੰਡੀ ਫੜਾ ਦੋ ਤੇ ਉਧਰ ਜਾ ਕੇ ਜਿੰਦਾਬਾਦ ਮੁਰਦਾਬਾਦ, ਉਧਰ ਜਾ ਕੇ ਜਿੰਦਾਬਾਦ ਮੁਰਦਾਬਾਦ। ਸਾਡਾ ਨਾ ਸੁਭਾਅ ਮੁਫਤੀ ਆ, ਸਾਨੂੰ ਮੁਫਤ 'ਚ ਝੰਡੀ ਮਿਲ ਜੇ ਸਾਡੇ ਪੈਰ ਤਾਂ ਵੀ ਨਹੀਂ ਲੱਗਦੇਗੇ ਵੀ ਯਾਰ ਝੰਡੀ ਮੁਫਤ 'ਚ ਮਿਲ ਗਈ ਆਪਾਂ ਨੂੰ, ਉਹ 'ਚ ਡੰਡਾ ਵੀ ਹੈਗਾ। ਅਸੀਂ ਇਸ ਚਾਹ ਕੀ ਉੱਡੇ ਫਿਰਦੇ ਨਾ 2 ਮੰਗੀਆਂ ਸੀ ਝੰਡੀਆਂ, ਉਹਨਾਂ ਨੇ 4 ਦੇ ਦਿੱਤੀਆਂ। ਹਾਂ ਬਿਲਕੁਲ, ਹਾਂ ਇਹਦੇ 'ਚ ਚਾਹ ਚੜਿਆ ਰਹਿੰਦਾ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚਾਹ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਹਰਮਨ ਜੀ, ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਸਾਡੇ ਚੁਣੇ ਹੋਏ ਨੁਮਾਇੰਦੇ ਜਿਹੜੇ ਸਾਡੀਆਂ ਵੋਟਾਂ ਦੇ ਕਰਕੇ ਹੀ ਅੱਜ ਵਾਲੇ ਰੁਤਬਿਆਂ ਦੇ ਉੱਤੇ ਬੈਠੇ ਆ, ਉਹ ਜਦੋਂ ਸਾਨੂੰ ਹੀ ਟਿਚਰਾਂ ਕਰਦੇ ਆ ਤਾਂ ਫਿਰ ਮਨ ਦੇ ਉੱਤੇ ਜਿਹੜੇ ਸੰਘਰਸ਼ੀਲ ਲੋਕ ਆ ਉਹਨਾਂ ਦੇ ਕੀ ਬੀਤਦੀ ਹੋਊਗੀ। ਪਰ ਇਹ ਲੋਕ ਨਹੀਂ ਸੋਚਦੇ ਵੀ ਅਗਲੀ ਵਾਰ ਵੀ ਸਾਨੂੰ ਇਹਨਾਂ ਦੀ ਲੋੜ ਪੈਣੀ ਆ। ਨਰਿੰਦਰ ਸਿੰਘ ਤੋਮਰ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ, ਕਹਿੰਦੇ ਜੀ ਹੁਣ ਤਾਂ ਜੰਤਰ ਮੰਤਰ ਦੇ ਵਿੱਚ ਵੀ ਪਾਰਲੀਮੈਂਟ ਲੱਗੀ ਆ, ਕਹਿੰਦੇ ਪਾर्लियामेंट एक ही होती है, संसद एक ही होती है, जनता के चुने हुए नुमाइंदों की होती है, ये तो वैसे ही बैठे हैं। ਤੇ ਤੁਹਾਨੂੰ ਚੁਣ ਕੇ ਬਿਠਾਇਆ ਜਿਨ੍ਹਾਂ ਨੇ, ਉਹ ਅੱਕੇ ਹੋਏ ਤੁਹਾਡੇ ਬਾਹਰ ਬੈਠੇ ਆ। ਇਹਨਾਂ ਲੋਕਾਂ ਨੇ ਤਾਂ ਤੁਹਾਨੂੰ ਬਿਠਾਇਆ, ਪਰ ਤੁਸੀਂ ਤਾਂ ਪਾਰਲੀਮੈਂਟ ਦੇ ਵਿੱਚ ਇੱਕੋ ਗੱਲ ਕਰਨ ਵਾਲੇ ਆ, ਸਾਡੇ ਕੋਲੇ ਰਿਕਾਰਡ ਹੈ ਨਹੀਂ ਕਿੰਨੇ ਕਿਸਾਨਾਂ ਦੀ ਮੌਤ ਹੋ ਗਈ, ਸਾਡੇ ਕੋਲੇ ਕੋਈ ਰਿਕਾਰਡ ਨਹੀਂ ਆਕਸੀਜਨ ਦੀ ਘਾਟ ਕਰਕੇ ਕਿੰਨੇ ਮਰ ਗਏ, ਸਾਡੇ ਕੋਲੇ ਕੋਈ ਰਿਕਾਰਡ ਨਹੀਂ ਨੋਟਬੰਦੀ ਦੇ ਕਰਕੇ ਕਿੰਨੇ ਲੋਕ ਮਰ ਗਏ, ਸਾਡੇ ਕੋਲੇ ਕੋਈ ਰਿਕਾਰਡ ਨਹੀਂ ਦੇਸ਼ ਦਾ ਕਿਵੇਂ ਭੱਠਾ ਬੈਠ ਰਿਹਾ। ਤੇ ਤੁਹਾਨੂੰ ਜਿਨ੍ਹਾਂ ਨੂੰ ਚੁਣ ਕੇ ਬਿਠਾਇਆ ਇੱਥੇ, ਤੁਸੀਂ ਕਿਸੇ ਗੱਲ ਦਾ ਸਾਰ ਹੀ ਨਹੀਂ ਲੈਂਦੇ। ਇਸ ਕਰਕੇ ਮਜਬੂਰੀ ਦੇ ਵਿੱਚ ਜਿਹੜੇ ਮਹਾਨ ਕਿਸਾਨ ਤੇ ਮਜ਼ਦੂਰ ਆ, ਉਹ ਇਸ ਵਕਤ ਜੰਤਰ ਮੰਤਰ ਦੇ ਉੱਤੇ ਸੰਘਰਸ਼ ਕਰ ਰਹੇ ਆ। ਤੇ ਅੱਜ ਯਾਨੀ ਕਿ ਸੋਮਵਾਰ ਨੂੰ ਔਰਤਾਂ ਦੇ ਕਾਫਲੇ ਗਏ ਆ, ਔਰਤਾਂ ਨੇ ਸਾਰਾ ਮੰਚ ਸੰਚਾਲਨ ਕੀਤਾ, ਔਰਤਾਂ ਨੇ ਸਾਰੇ ਪ੍ਰਬੰਧ ਕੀਤੇ ਆ। ਯਾਨੀ ਕਿ ਜਿਹੜੀ 200 ਕਿਸਾਨਾਂ ਦੀ ਹਰ ਰੋਜ਼ ਪਾਰਲੀਮੈਂਟ ਲੱਗਦੀ ਉੱਥੇ, ਤੇ ਹਰ ਰੋਜ਼ ਉੱਥੇ ਵੱਡੀ ਗਿਣਤੀ ਦੇ ਵਿੱਚ ਜਾਣਾ ਚਾਹੁੰਦੇ ਆ, ਪਰ 200 ਤੋਂ ਵੱਧ ਇਸ ਕਰਕੇ ਰਿਲ ਜਾਂਦੇ ਵੀ ਕਿਤੇ ਇਹ ਫੇਰ ਨਾ ਕੇਂਦਰ ਵਾਲੇ ਕੋਈ ਕੜੀ ਘੋਲ ਦੇਣ। ਦੇਖੋ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਉਹਨਾਂ ਔਰਤਾਂ ਨੂੰ ਸਲਾਮ ਕਰਨੀ ਬਣਦੀ ਹੈ ਜਿਹੜੀਆਂ ਔਰਤਾਂ ਇਸ ਵੇਲੇ ਵਾਕਈ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਨੇ, ਜਿਨ੍ਹਾਂ ਨੇ ਵਾਕਈ ਸਾਰੇ ਡਰ, ਸਾਰੇ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਤੌਖਲੇ ਹੋਣਗੇ ਉਹ ਪਾਸੇ ਰੱਖ ਦਿੱਤੇ। ਇਸ ਵੇਲੇ ਉਹਨਾਂ ਦਾ ਸਿਰਫ ਤੇ ਸਿਰਫ ਇੱਕੋ ਹੀ ਟੀਚਾ ਹੈ ਜਿਹਦੇ ਲਈ ਉੱਥੇ ਬੈਠੀਆਂ ਨੇ, ਔਰ ਉਹ ਜਿਸ ਤਰੀਕੇ ਦੇ ਨਾਲ ਭੂਮਿਕਾ ਅਦਾ ਕਰ ਰਹੀਆਂ ਨੇ ਆਪਣੀਆਂ, ਇਹਦੇ ਲਈ ਸਾਰੀਆਂ ਨੂੰ ਸਲਾਮ ਕਰਨੀ ਬਣਦੀ ਹੈ। ਦੂਸਰੇ ਬੰਨੇ ਤੋਮਰ ਸਾਹਿਬ ਹੋਰਾਂ ਨੇ ਜਿਹੜੀ ਗੱਲ ਕਹੀ ਹੈ, ਵਾਕਈ ये सुन के मैंने भी बड़ी हैरानी हुई सी। कहते संसद तो एक ही होती है, जिन्हें लोग चुनते हैं वो संसद में बैठते हैं। गल ये है भी लोकां ने तो तुहानू चुनिया, पर तुसीं लोकां लई की कीता? तुहाडी ही संसद दे विच बहुती वार सुत्ते होए पाए जांदे ने नुमाइंदे, बहुती वार मोबाइल दे उपर गेमां खेडदे पाए जांदे ने नुमाइंदे, बहुती वार एक दूसरे दे नाल उत्थे तां एवें ही खिच्चो ताण जी करके मुड़ के इकट्ठे गल वकड़ियां पा के घुमदे वेखे जांदे ने नुमाइंदे। सो लोक की करन? तुसीं तां किसे दी सार नहीं लैंदे ते लोक अपने लिए तां कुछ करनगे ना। मैं होर गल दसदा भी ਐਤਕੀ ਜਿਹੜਾ ਇਹ ਸੈਸ਼ਨ ਚੱਲ ਰਿਹਾ ਇਹਦੇ ਵਿੱਚ 17-18 ਬਿੱਲ ਕੇਂਦਰ ਦੀ ਸਰਕਾਰ ਲੈ ਕੇ ਆ ਰਹੀ ਆ। ਉਹਦੇ ਵਿੱਚ ਇੱਕ ਬਿੱਲ ਹੈਗਾ ਬਿਜਲੀ ਸੋਧ ਬਿੱਲ। ਉਹ ਬਿੱਲ ਜਿਹਦੇ ਵਿੱਚ ਇਹਨਾਂ ਦੇ ਵੱਲੋਂ ਜਿਹੜੀ ਆ ਖੇਤੀਬਾੜੀ ਵਾਲੀ ਬਿਜਲੀ ਆ ਉਹ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਕਰਨ ਦੀ ਤਿਆਰੀ ਹੈਗੀ ਆ। ਇਹਨਾਂ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਭਾਰਤ ਦੇ ਵਿੱਚ ਕਿ ਜਿਵੇਂ ਨਾ ਆਪਾਂ ਮੋਬਾਈਲ ਕੰਪਨੀਆਂ ਹੁੰਦੀਆਂ ਵੀ ਭਾਈ ਤੁਸੀਂ ਇਸ ਕੰਪਨੀ ਦਾ ਨਹੀਂ ਸਿਮ ਲੈਣਾ, ਇਹਦੇ ਕੋਲੋਂ ਆਪਣਾ ਕੰਮ ਕਰਵਾ ਲਓ, ਆ ਨਹੀਂ ਕਰਨਾ ਆ। ਇਹਨਾਂ ਦੇ ਵੱਲੋਂ ਕੋਸ਼ਿਸ਼ ਇਹ ਆ ਵੀ ਇਹ ਵੀ ਬਿਲਕੁਲ ਉਸੇ ਤਰਜ਼ ਦੇ ਉੱਤੇ ਹੋਵੇ, ਯਾਨੀ ਕਿ ਕੋਈ ਖਪਤਕਾਰ ਆ ਉਹ ਕਿਹੜੀ ਕੰਪਨੀ ਦੇ ਨਾਲ ਜੁੜਨਾ ਚਾਹੁੰਦਾ ਇਹ ਉਹਦੀ ਮਰਜ਼ੀ ਆ। ਪਰ ਕਿਸਾਨ ਕਹਿੰਦੇ ਵੀ ਇਹ ਹੁਣ ਸਬਸਿਡੀਆਂ ਖਾਣਗੇ। ਇਹਨਾਂ ਦੇ ਵੱਲੋਂ ਸਬਸਿਡੀਆਂ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਕਿਸਾਨ ਲਗਾਤਾਰ ਡਟੇ ਹੋਏ ਆ, ਡਟੇ ਲੋਕਾਂ ਦਾ ਸਾਥ ਦੇਣਾ ਚਾਹੀਦਾ। ਆ 15 ਅਗਸਤ ਦੇ ਮੌਕੇ ਹਰਿਆਣੇ ਦੇ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਵੀ ਅਸੀਂ ਕਿਸੇ ਵੀ ਮੰਤਰੀ ਨੂੰ ਕਿਸੇ ਵੀ ਥਾਂ ਦੇ ਉੱਤੇ ਤਿਰੰਗਾ ਨਹੀਂ ਲਹਿਰਾਉਣ ਦੇਵਾਂਗੇ। ਜੀਂਦ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਟਰੈਕਟਰ ਮਾਰਚ ਕੀਤਾ ਜਾ ਰਿਹਾ, ਟਰੈਕਟਰ ਪਰੇਡ ਉਹ ਕਹਿੰਦੇ ਅਸੀਂ ਫੇਰ ਕੱਢਾਂਗੇ। ਸੋ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਰੁਲਦੂ ਸਿੰਘ ਮਾਨਸਾ ਨੇ ਜਿਹੜੇ ਜਿਨ੍ਹਾਂ ਦੇ ਵੱਲੋਂ ਲੰਘੇ ਦਿਨਾਂ ਦੇ ਵਿੱਚ ਕੁਝ ਵਿਵਾਦਗ੍ਰਸਤ ਬਿਆਨ ਦਿੱਤੇ ਗਏ, ਉਹਦੇ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਨੂੰ 15 ਦਿਨ ਵਾਸਤੇ ਸਸਪੈਂਡ ਕੀਤਾ। ਇਹ ਸਾਰੀਆਂ ਹੁਣ ਤੱਕ ਦੀਆਂ ਸਰਗਰਮੀਆਂ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਡਟੇ ਹੋਏ ਕਿਸਾਨ ਤੇ ਮਜ਼ਦੂਰ, ਮਾਈਆਂ ਭੈਣਾਂ ਬਜ਼ੁਰਗ ਡਟੇ ਹੋਏ ਆ।
ਉਹ ਕਹਿੰਦੇ ਮੀਂਹ ਆਵੇ, ਹਨੇਰੀ ਆਵੇ, ਝੱਖੜ ਆਵੇ, ਝੁੱਲਾ ਆਵੇ, ਅਸੀਂ ਇੱਥੇ ਖੜੇ ਆ ਜੀ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਇਸ ਬਿੱਲ ਦੇ ਬਾਰੇ ਜਦੋਂ ਪਤਾ ਲੱਗਿਆ ਤਾਂ ਚਲੋ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੇ ਇੱਕ ਹੋਰ ਜ਼ਿੰਮੇਵਾਰੀ ਪੈ ਗਈ, ਕਿਉਂਕਿ ਇੱਥੇ ਵੀ ਉਹਨਾਂ ਨੇ ਸੰਘਰਸ਼ ਕਰਨਾ ਹੈ। ਬਾਕੀ ਤਾਂ ਲੋਕ ਬਿਲਕੁਲ ਚੁੱਪ ਨੇ। ਪੈਟਰੋਲ ਦੇ ਲਈ ਕਿਸਾਨ ਬੋਲਣ, ਮਹਿੰਗਾਈ ਦੇ ਲਈ ਕਿਸਾਨ ਬੋਲਣ, ਆਪਣੀਆਂ ਫਸਲਾਂ ਲਈ ਕਿਸਾਨ ਬੋਲਣ, ਨਸਲਾਂ ਲਈ ਕਿਸਾਨ ਬੋਲਣ, ਜੋ ਕੁਝ ਗਲਤ ਹੋ ਰਿਹਾ ਉਹਦੇ ਖਿਲਾਫ ਕਿਸਾਨ ਮਜ਼ਦੂਰ ਬੋਲਣ। ਸੋ ਇੱਕ ਜ਼ਿੰਮੇਵਾਰੀ ਹੋਰ ਉਹਨਾਂ ਦੇ ਸਿਰ ਤੇ ਪੈ ਗਈ। ਬਾਕੀ ਲੋਕ ਤਾਂ ਜਿਹੜੇ ਨੇ ਉਹ ਹੋਰਾਂ ਕੰਮਾਂ 'ਚ ਕੱਲੀਆਂ ਰਾਇਆਂ ਦੇਣ ਦੇ ਲਈ ਆ, ਉਹ ਗਾਲਾਂ ਕੱਢਣ ਦੇ ਲਈ ਆ, ਨਗੋਚਾਂ ਕੱਢਣ ਵਾਸਤੇ ਆ, ਉਧਰ ਵਿਅਸਤ ਹਰ ਕੰਮ ਤੇ ਬੰਦੇ ਲਾਏ ਆ ਜੀ। ਟਾਣਾ ਸਾਹਿਬ, ਸਿੱਧੂ ਸਾਹਿਬ ਫਿਰ ਤੋਂ ਬੋਲੇ, ਪਰ ਇਸ ਵਾਰ ਵੈਸੇ ਤਾਂ ਬਹੁਤੀ ਵਾਰ ਇਹ ਹੁੰਦਾ ਕਿ ਕਈ ਵਾਰ ਕੁਝ ਉਹ ਗਲਤ ਕਹਿ ਜਾਂਦੇ ਨੇ ਬੋਲਦੇ ਬੋਲਦੇ। ਇਸ ਵਾਰ ਵੀ ਕੁਝ ਗਲਤ ਕਹਿ ਗਏ ਜਿਹਦੇ ਕਰਕੇ ਕਿਸਾਨ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨੇ। ਦੇਖੋ, ਪਹਿਲੀ ਬੇਨਤੀ ਤਾਂ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਨੂੰ ਵਾਰ-ਵਾਰ ਆਪਣਾ ਨਾਂ ਨਹੀਂ ਲੈਣਾ ਚਾਹੀਦਾ। ਸਾਨੂੰ ਪਤਾ ਵੀ ਉਹ ਨਵਜੋਤ ਸਿੰਘ ਸਿੱਧੂ ਆ, ਅਸੀਂ ਨਹੀਂ ਕਹਿੰਦੇ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਾ ਅਸੀਂ ਇਹ ਕਹਿੰਦੇ ਵੀ ਉਹ ਸੁਖਪਾਲ ਸਿੰਘ ਖਹਿਰਾ। ਜਦੋਂ ਸਿੱਧੂ ਸਾਹਿਬ ਭਾਸ਼ਣ ਦਿੰਦੇ ਹੋਏ 15 ਮਿੰਟਾਂ ਦੇ ਵਿੱਚ 20 ਵਾਰ ਇਹ ਗੱਲ ਕਹਿੰਦੇ ਕਿ ਮੈਂ ਨਵਜੋਤ ਸਿੰਘ ਸਿੱਧੂ, ਮੈਂ ਸਿੱਧੂ ਮੈਂ, ਤੇ ਉਦੋਂ ਐਂ ਲੱਗਦਾ ਵੀ ਯਾਰ ਸਾਨੂੰ ਪਤਾ ਇਸ ਗੱਲ ਦਾ, ਤੁਸੀਂ ਸਿੱਧੂ ਸਾਹਿਬ ਹੋ, ਤੁਸੀਂ ਵੀ ਸਤਿਕਾਰਯੋਗ ਹੋ, ਤੁਸੀਂ ਇਮਾਨਦਾਰ ਵੀ ਹੋ, ਤੁਸੀਂ ਮੰਤਰੀ ਮੰਡਲ ਦਾ ਉਹਦਾ ਛੱਡਤਾ ਸੀਗਾ, ਤੁਸੀਂ ਐਮਐਲਏ ਹੋ, ਹੁਣ ਤੁਸੀਂ ਕਾਂਗਰਸ ਦੇ ਪ੍ਰਧਾਨ ਬਣ ਗਏ ਹੋ, ਤੁਸੀਂ ਕ੍ਰਿਕਟ ਵੀ ਖੇਡੀ ਆ, ਤੁਸੀਂ ਕਪਲ ਦੇ ਸ਼ੋਅ 'ਚ ਵੀ ਆਉਂਦੇ ਸੀ, ਇਹ ਸਾਰੇ ਜਾਣਦੇ ਨੇ, ਤੁਸੀਂ ਕਮੈਂਟਰੀ ਵੀ ਕਰਦੇ ਰਹੇ ਹੋ। ਇਹਨਾਂ ਸਾਰੀਆਂ ਗੱਲਾਂ ਦੇ ਬਾਬਤ ਲੋਕ ਜਾਣਦੇ ਆ। ਹੁਣ ਸਿੱਧੂ ਸਾਹਿਬ ਨੂੰ ਚਾਹੀਦਾ ਕਿ ਉਹ ਆਪਦੀ ਥੋੜੀ ਜਿਹੀ ਨਾ ਰਫ਼ਤਾਰ ਘਟਾ ਕੇ ਪੁਰਾਣੀਆਂ ਗੱਲਾਂ ਵਾਲੀ, ਤੇ ਉਹਨਾਂ ਦੇ ਵੱਲੋਂ ਇਸ ਵਕਤ ਉਸ ਰੂਪ 'ਚ ਕੰਮ ਕਰਨਾ ਚਾਹੀਦਾ ਜਿਹਦੇ ਕਰਕੇ ਲੋਕਾਂ ਦਾ ਪ੍ਰੈਕਟੀਕਲ ਤੌਰ ਤੇ, ਜ਼ਮੀਨੀ ਤੌਰ ਤੇ ਭਲਾ ਹੋਵੇ। ਹੁਣ ਲੋਕ ਤਾਂ ਵਾਰ-ਵਾਰ ਕਹਿੰਦੇ ਵੀ ਯਾਰ ਸਿੱਧੂ ਸਾਹਿਬ ਦਾ ਭਾਸ਼ਣ ਹੈ ਨਾ ਜਿਹੜਾ, ਉਹ 95% ਸਾਡਾ ਸੁਣਿਆ ਹੀ ਹੁੰਦਾ, ਉਹਦੇ ਵਿੱਚ ਕੁਝ ਨਵਾਂ ਨਹੀਂਗਾ। ਸੋ ਸਾਲ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਉਹ ਅੱਜ ਵੀ ਹੋ ਰਹੀਆਂ, ਇਸ ਕਰਕੇ ਉਹਨਾਂ ਨੂੰ ਆਪਣੇ ਭਾਸ਼ਣ ਦੇ ਵਿੱਚ ਕੁਝ ਕੁ ਤਬਦੀਲੀ ਵੀ ਲੈ ਕੇ ਆਉਣੀ ਚਾਹੀਦੀ ਹੈ ਮੇਰੇ ਖਿਆਲ ਮੁਤਾਬਕ। ਦੂਜੀ ਵੱਡੀ ਗੱਲ ਇਹ ਹੈ ਵੀ ਸਿੱਧੂ ਸਾਹਿਬ ਨੇ ਪਿਛਲੇ ਦਿਨੀ ਕਿਹਾ ਸੀਗਾ ਕਿ ਜਿਹੜਾ ਪਿਆਸਾ ਨਾ ਉਹ ਖੂਹ ਕੋਲੇ ਜਾਂਦਾ, ਖੂਹ ਕਦੇ ਪਿਆਸੇ ਕੋਲ ਨਹੀਂ ਜਾਂਦਾ, ਤੇ ਕਿਸਾਨ ਮੇਰੇ ਕੋਲੇ ਚੱਲ ਕੇ ਆਉਣ। ਤੇ ਕਿਸਾਨਾਂ ਨੇ ਇਸ ਗੱਲ ਦੇ ਉੱਤੇ ਬਹੁਤ ਵੱਡਾ ਇਤਰਾਜ਼ ਕੀਤਾ। ਉਹ ਕਹਿੰਦੇ ਵੀ ਇਦਾਂ ਦੀ ਹੰਕਾਰ ਵਾਲੀ ਸ਼ਬਦਾਵਲੀ ਬਿਲਕੁਲ ਨਹੀਂ ਵਰਤਣੀ ਚਾਹੀਦੀ। ਅਸੀਂ ਵੀ ਕਿਸਾਨ ਆ ਤੇ ਇਹ ਵੀ ਕਿਸਾਨ ਪਿਛੋਕੜ ਦੇ ਵਿੱਚੋਂ ਜੇਕਰ ਜੁੜੇ ਹੋਏ ਆ ਤਾਂ ਫਿਰ ਇਹਦੇ ਵਿੱਚ ਕਿਹੜੀ ਗੱਲ ਆ ਵੀ ਅਸੀਂ ਚੱਲ ਕੇ ਜਾਈਏ। ਵੋਟਾਂ ਇਹ ਸਾਡੇ ਕੋਲੋਂ ਲੈਂਦੇ ਆ, ਸਾਨੂੰ ਇਹਨਾਂ ਨੇ ਕੀ ਦਿੱਤਾ ਹਾਲੇ ਤੱਕ। ਤੇ ਹੁਣ ਸਿੱਧੂ ਸਾਹਿਬ ਨੇ ਕਿਹਾ ਜੀ ਕਿ ਮੈਂ ਤਾਂ ਨੰਗੇ ਪੈਰੀ ਕਿਸਾਨਾਂ ਕੋਲੇ ਜਾਣ ਨੂੰ ਤਿਆਰ ਆ। ਪਤਾ ਨਹੀਂ ਕਿਸਾਨਾਂ ਨੇ ਨੰਗੇ ਪੈਰੀ ਆਉਣਾ ਪ੍ਰਵਾਨ ਕਰਨਾ ਜਾਂ ਨਹੀਂ ਕਰਨਾ, ਪਰ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਰਾਜਨੀਤਿਕ ਲੋਕ ਭਾਵੇਂ ਕਿਸੇ ਵੀ ਪਾਰਟੀ ਦੇ ਕਿਉਂ ਨਾ ਹੋਣ, ਇਹ ਕਿਸਾਨਾਂ ਦੇ ਮੋਢੇ ਦੇ ਉੱਤੇ ਰੱਖ ਕੇ ਬੰਦੂਕਾਂ ਨਾ ਚਲਾਉਣ। ਕਿਸਾਨਾਂ ਨੇ ਬਹੁਤ ਕੁਝ ਆਪਦੇ ਪਿੰਡੇ ਦੇ ਉੱਤੇ ਹੰਢਾ ਲਿਆ। ਕਿਸਾਨਾਂ ਨੇ ਮਜਬੂਰੀ ਦੇ ਵਿੱਚ ਲਾਏ ਬੋਰਡ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਦਾ ਨੇਤਾ ਨਾ ਵੜੇ, ਜੇ ਵੜਿਆ ਤਾਂ ਫਿਰ ਆਪਦਾ ਜ਼ਿੰਮੇਵਾਰ ਆਪ ਹੋਊਗਾ। ਜਿੰਨੀ ਦੇਰ ਤੱਕ ਅੰਦੋਲਨ ਚੱਲਦਾ ਤੁਸੀਂ ਸਾਡੇ ਪਿੰਡ ਦੇ ਵਿੱਚ ਨਹੀਂ ਆਉਣਾ। ਪਰ ਫਿਰ ਵੀ ਕਈ ਲਾਂਗੜ ਚੱਕੀ ਫਿਰਦੇ ਆ, ਅਸੀਂ ਤਾਂ ਫਲਾਣੇ ਦੇ ਹੁੰਨੇ ਆ, ਆਪਦੇ ਭੈਣ ਭਰਾ ਜਿਹੜੇ ਕਿ ਮੁੱਕ ਰਹੇ ਆ, ਜਿਹੜੇ ਕਿ ਲੜ ਰਹੇ ਆ, ਉਹਦੇ ਬਾਰੇ ਖਿਆਲ ਕਰਨ ਵਾਲੇ ਹੈ ਕਿ ਨਹੀਂ? ਬਿਲਕੁਲ ਸਹੀ ਗੱਲ ਹੈ। ਵਾਕਈ ਇਹ ਗੱਲ ਜਿਹੜੀ ਉਹ ਬੁਰੀ ਲੱਗਣ ਵਾਲੀ ਵੀ ਹੈ ਟਾਣਾ ਸਾਹਿਬ, ਵੀ ਤੁਸੀਂ ਇਹ ਕਹਿ ਰਹੇ ਹੋ ਕਿ ਪਿਆਸਾ ਜਿਹੜਾ ਖੂਹ ਕੋਲ ਜਾਂਦਾ ਹੈ, ਖੂਹ ਪਿਆਸੇ ਕੋਲ ਨਹੀਂ ਆਉਂਦਾ, ਇਸ ਲਈ ਤੁਸੀਂ ਮੇਰੇ ਕੋਲ ਆਓ ਤੇ ਆਪਾਂ ਬਹਿ ਕੇ ਗੱਲ ਕਰਦੇ ਆ। ਇਹ ਕੋਈ, ਜੇ ਤੁਸੀਂ ਇਹੀ ਗੱਲ ਪਿਆਰ ਦੇ ਨਾਲ, ਥੋੜੀ ਇੱਜ਼ਤ ਦੇ ਨਾਲ ਕਹੋ ਕਿ ਆਓ ਆਪਾਂ ਬੈਠ ਕੇ ਗੱਲਬਾਤ ਕਰਦੇ ਆ, ਤਾਂ ਸ਼ਾਇਦ ਕਿਸਾਨਾਂ ਨੂੰ ਇਤਰਾਜ਼ ਨਹੀਂ ਹੁੰਦਾ। ਪਰ ਇਸ ਤਰੀਕੇ ਦੇ ਨਾਲ ਗੱਲ ਕਹਿਣੀ ਇਹ ਚੁੱਭਦੀ ਜ਼ਰੂਰ ਹੈ। ਬਾਕੀ ਗੱਲ ਇਹ ਹੈ ਕਿ ਇਹ ਹੁਣ ਲੋਕਾਂ ਨੂੰ ਇਹ ਯਾਦ ਵੀ ਰੱਖਣਾ ਚਾਹੀਦਾ ਹੈ ਵੀ ਉਹਨਾਂ ਦਾ ਕਿਹੜਾ ਚੁਣਿਆ ਹੋਇਆ ਨੁਮਾਇੰਦਾ, ਕਿਹੜੀ ਪਾਰਟੀ ਇਸ ਵੇਲੇ ਉਹਨਾਂ ਦੇ ਨਾਲ ਖੜੀ ਹੈ। ਇਹ ਸਭ ਤੋਂ ਵੱਡੀ ਚੀਜ਼ ਹੈ। ਅਸੀਂ ਅਕਸਰ ਐਨ ਮੌਕੇ ਦੇ ਉੱਪਰ ਭੁੱਲ ਜਾਂਦੇ ਹੁੰਦੇ ਆ ਵੀ ਕੌਣ ਸਾਡੇ ਲਈ ਆਇਆ, ਕੌਣ ਨਹੀਂ ਆਇਆ। ਇਸ ਵੇਲੇ ਜਿਵੇਂ ਤੁਸੀਂ ਕਿਹਾ ਵੀ ਬੰਦੂਕ ਚਲਾਉਣ ਦੀ ਲੋੜ ਨਹੀਂ, ਪਰ ਹਾਂ ਜੇਕਰ ਅਸੀਂ ਰੋਟੀ ਖਾਂਦੇ ਆ, ਜੇਕਰ ਅਸੀਂ ਅੰਨ ਖਾਂਦੇ ਹਾਂ, ਤਾਂ ਉਹਦੇ ਲਈ ਸਾਨੂੰ ਕਿਸਾਨਾਂ ਬਾਰੇ ਸੋਚਣਾ ਜ਼ਰੂਰ ਚਾਹੀਦਾ ਹੈ ਕਿ ਇੰਨੇ ਮਹੀਨੇ ਹੋ ਗਏ ਟਾਣਾ ਸਾਹਿਬ, ਉਹ ਕਿਹੜਾ ਕੋਈ ਕਿਸੇ ਹੋਰ ਮੁਲਕ ਤੋਂ ਜਾਂ ਕਿਸੇ ਹੋਰ ਗ੍ਰਹਿ ਤੋਂ ਆਏ ਹੋਏ ਨੇ, ਇਹਨਾਂ ਦੇ ਹੀ ਲੋਕ ਨੇ, ਇਹਨਾਂ ਲੋਕਾਂ ਨੇ ਹੀ ਵੋਟਾਂ ਪਾਈਆਂ, ਚਾਹੇ ਉਹ ਕਿਸੇ ਵੀ ਪਾਰਟੀ ਦੀ ਗੱਲ ਕਰੀਏ। ਸੋ ਕਿਤੇ ਤਾਂ ਥੋੜਾ ਜਿਹਾ ਉਹਨਾਂ ਦਾ ਕਰਜ਼ ਅਦਾ ਕਰ ਦਿਓ। ਸਿੱਧੂ ਸਾਹਿਬ ਤੋਂ ਉਮੀਦਾਂ ਬਹੁਤ ਆ, ਪਰ ਜੇਕਰ ਉਹ ਕੁਝ ਕਰਕੇ ਦਿਖਾਉਣ ਤਾਂ ਜੋ ਸਿੱਧੂ ਸਾਹਿਬ ਦੇ ਬਾਰੇ ਧਾਰਨਾ ਬਣੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਾਂ ਉਦਾਂ ਆਮ ਲੋਕਾਂ ਦੇ ਵਿੱਚ ਵੀ ਉਹ ਬੋਲਦੇ ਹੁੰਦੇ ਬਹੁਤ, ਸ਼ਾਇਦ ਕੋਈ ਨਿੱਜੀ ਤੌਰ ਦੇ ਉੱਤੇ ਕੁਝ ਕਰਨ ਨਾ, ਉਹਨਾਂ ਨੂੰ ਇਹ ਧਾਰਨਾ ਬਦਲ ਕੇ ਦਿਖਾ ਦੇਣੀ ਚਾਹੀਦੀ ਆ ਕਿ ਆਹ ਦੇਖੋ ਮੈਂ ਸਾਰੇ ਲੋਕ ਝੂਠੇ ਪਾਤੇ ਆ, ਮੈਂ ਜੋ ਕਿਹਾ ਸੀ ਉਹ ਕਰਕੇ ਦਿਖਾਤਾ। ਤੇ ਉਹਨਾਂ ਨੂੰ ਇਸ ਵਕਤ ਵੱਡੇ ਕਦਮ ਚੁੱਕਣੇ ਚਾਹੀਦੇ ਆ। ਤੇ ਮੇਰੀ ਪੰਜਾਬ ਦੇ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਨਾ ਕਿਸੇ ਦੇ ਵੀ ਮਗਰ ਲੱਗਣ ਤੋਂ ਪਹਿਲਾਂ ਸੋਚਿਆ ਕਰੀਏ। ਜੇ ਕੋਈ 4 ਵਾਰੀ ਭਾਸ਼ਣ ਸੋਹਣਾ ਦੇ ਜਾਂਦਾ ਆਪਾਂ ਉਹਦੇ ਮਗਰ ਤੁਰ ਪੈਂਦੇ ਆ। ਐਵੇਂ ਹੀ ਥੱਲੇ ਲਿਖੀ ਜਾਣਗੇ ਘਰੇ ਬੈਠੇ ਹੀ ਵੀ ਭਾਈ ਗੁਰਮੀਤ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ। ਥੱਲੜਾ ਕਹੂਗਾ ਬਿਲਕੁਲ ਉਹ ਹੀਰਾ ਬੰਦਾ, ਤੇ ਜੇ 2 ਜਣਿਆਂ ਨੇ ਹੀਰੇ ਨੂੰ ਗਾਲਾਂ ਕੱਢਤੀਆਂ ਫਿਰ 4 ਜਣੇ ਐਵੇਂ ਕੱਢ ਜਾਣਗੇ ਮੈਨੂੰ ਪਹਿਲੇ ਪਤਾ ਸੀ ਮਾੜਾ ਬੰਦਾ। ਆਪਾਂ ਕਿੱਥੇ ਖੜੇ ਆ ਜ਼ਿਹਨੀ ਤੌਰ ਦੇ ਉੱਤੇ, ਦਿਮਾਗੀ ਤੌਰ ਸਾਡਾ ਹੈ ਦਿਮਾਗ।
ਸੋ ਸੋਚ ਕੇ ਵਿਚਾਰ ਕੇ ਤਰਕ ਦੇ ਨਾਲ ਤੋਲ ਕੇ ਬੋਲਿਆ ਕਰਗੇ। ਜੀ। ਇੱਕ ਗੱਲ ਹੋਰ ਆ ਵੀ ਜਿਹੜੀਆਂ ਆਪਾਂ दारू ਦੀਆਂ ਬੋਤਲਾਂ ਲੈ ਕੇ ਜਿਹੜੇ ਵੀ ਲੋਕ ਆ ਉਹ ਵੋਟਾਂ ਪਾਉਂਦੇ ਨਾ, ਤੁਹਾਡੇ ਵੱਲੋਂ दारू ਪੀ ਕੇ ਮੁਫਤ ਦੀ ਮਾਰੇ ਗਏ ਲਲਕਾਰੇ ਤੁਹਾਡੇ ਬੱਚਿਆਂ ਦੀਆਂ ਚੀਕਾਂ ਦੇ ਰੂਪ ਦੇ ਵਿੱਚ ਸਾਹਮਣੇ ਆਉਣਗੇ। ਕੀ ਬਾਤ ਹੈ, ਸੱਚ ਕਹਿ ਰਹੇ ਹੋ। ਹਰਮਨ ਜੀ, ਇੱਕ ਦਿਨ ਆਪਾਂ ਅੱਗੇ ਵੀ ਚੱਜ ਦਾ ਵਿਚਾਰ 'ਚ ਗੱਲ ਕੀਤੀ ਸੀ ਕਿ ਜਿਹੜੇ ਵੱਡੇ ਵੱਡੇ ਲੋਕ, ਅਮੀਰ ਲੋਕ ਦਿਸਦੇ ਆ ਨਾ, ਜੀ, ਇਹਨਾਂ ਦੇ ਕਿਰਦਾਰ ਤਾਂ ਬਹੁਤ ਹੌਲੇ ਆ। ਬਹੁਤ ਸਾਰੇ ਇਹੋ ਜਿਹੇ ਜਿਹੜੇ ਨਸ਼ਿਆਂ ਦੇ ਵਿੱਚ ਵੀ ਲਿਬੜੇ ਆ, ਬਹੁਤ ਸਾਰੇ ਇਹੋ ਜਿਹੇ ਜਿਹੜੇ ਇਹੋ ਜਿਹੀਆਂ ਪਾਰਟੀਆਂ ਕਰਦੇ ਜਿਹਦੇ ਬਾਰੇ ਜ਼ਿਕਰ ਵੀ ਨਹੀਂ ਆਪਾਂ ਕਰ ਸਕਦੇ। ਸਾਡੇ ਦਰਸ਼ਕ ਸੱਭਿਅਕ ਆ, ਅਸੀਂ ਸੱਭਿਅਕ ਤਰੀਕੇ ਦੇ ਨਾਲ ਗੱਲ ਕਰਦੇ ਹਾਂ, ਪਰ ਉਹ ਲੋਕ ਜਿਹੋ ਜਿਹੀਆਂ ਗੱਲਾਂ ਕਰਦੇ ਆ ਉਹਨਾਂ ਦਾ ਜ਼ਿਕਰ ਵੀ ਕਰਨਾ ਇੱਥੇ ਠੀਕ ਨਹੀਂਗਾ। ਆ ਰਾਜ ਕੁੰਦਰਾ, ਇਹਦੇ ਕੋਲੇ ਕੀ ਨਹੀਂਗਾ, ਪੈਸੇ ਦੀ ਘਾਟ ਆ, ਪਰ ਜਿਹੜੀ ਕਰਤੂਤ ਉਹਦੇ ਨਾਲ ਜੁੜ ਗਈ ਆ, ਜੋ ਜੋ ਦੋਸ਼ ਉਹਦੇ ਤੇ ਲੱਗੇ ਆ, ਆਮ ਬੰਦਾ ਹੋਵੇ ਉਹਨੂੰ ਚੱਪੜੀ ਨਹੀਂ ਲੱਭਦੀ ਵੀ ਭਾਈ ਮੈਂ ਨੱਕਾ ਦੇ ਵਿੱਚ ਡਬੂਵਾਂ ਹੁਣ, ਪਰ ਰਾਜ ਕੁੰਦਰਾ ਫਿਰਦਾ ਨਹੀਂ। ਪਰ ਟੈਣਾ ਸਾਹਿਬ, ਮੈਨੂੰ ਬੜੀ ਹੈਰਾਨੀ ਹੋਈ ਇਸ ਚੀਜ਼ ਦੇ ਉੱਪਰ। ਆਪਾਂ ਇਹ ਨਹੀਂ ਕਹਿੰਦੇ ਕਿ ਦੋਸ਼ ਸਾਬਤ ਹੋ ਗਏ ਜਾਂ ਨਹੀਂ ਹੋ ਗਏ, ਪਰ ਜੇ ਦੋਸ਼ਾਂ ਤੱਕ ਵੀ ਇਸ ਗੱਲ ਨੂੰ ਸੋਚੀਏ, ਆਮ ਬੰਦਾ ਕੁਝ ਵੀ ਕਰਨ ਤੋਂ ਪਹਿਲਾਂ 100 ਵਾਰ ਇਹ ਸੋਚਦਾ ਹੈ ਵੀ ਕਿਤੇ ਬਦਨਾਮੀ ਤਾਂ ਨਾ ਹੋ ਜੋ ਮੇਰੀ, ਮੈਂ ਜੇ ਕੋਈ ਕੰਮ ਕਰਨ ਲੱਗਿਆ ਵੀ ਕਿਤੇ ਲੋਕਾਂ 'ਚ ਤੋਏ ਤਾਂ ਨਹੀਂ ਹੋਊਗੀ ਮੇਰੀ। ਪਰ ਜੇਕਰ ਇਹ ਦੋਸ਼ ਸੱਚੇ ਸਾਬਤ ਹੁੰਦੇ ਨੇ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਤੱਕ ਕਿੰਨੇ ਕੁ ਲੋਕਾਂ ਨੂੰ ਫਰਕ ਪਿਆ? ਨੀਲੀਆਂ ਫਿਲਮਾਂ ਵਾਲੇ ਲੋਕ ਆ ਜਿਹੜੇ, ਉਹ ਤਾਂ ਸਾਡੇ ਬਾਲੀਵੁੱਡ 'ਚ ਵੜੇ ਆ, ਉਹਨਾਂ ਨੂੰ ਉਸੇ ਸਨਮਾਨ ਦੀ ਨਜ਼ਰ ਨਾਲ ਦੇਖਣ ਲੱਗੇ ਆ, ਤੇ ਬਾਲੀਵੁੱਡ ਵਾਲੇ ਨੀਲੀਆਂ ਫਿਲਮਾਂ 'ਚ ਜਾ ਰਹੇ ਆ ਤੇ ਆਪਾਂ ਹੌਲੀ ਹੌਲੀ ਉਹਨਾਂ ਨੂੰ ਵੀ ਸਨਮਾਨ ਦੀ ਨਜ਼ਰ ਨਾਲ ਵੇਖਣ ਲੱਗ ਜਾਾਂਗੇ। ਸੋ ਜਿਹੜੀ ਇਹ ਨਾ ਪਰਦੇ ਦੀ ਜ਼ਿੰਦਗੀ ਆ, ਚਮਕ ਦਮਕ ਵਾਲੀ, ਉਹਦੇ ਪਿਛਲੇ ਪਾਸੇ ਜੋ ਕੁਝ ਚੱਲਦਾ ਉਹਦੇ ਬਾਰੇ ਚੁੱਪ ਹੀ ਭਲੀ ਆ। ਬਹੁਤ ਕੁਝ ਬਾਲੀਵੁੱਡ ਦੇ ਵਿੱਚ ਵੀ ਤੇ ਬੜਾ ਕੁਝ ਬਾਲੀਵੁੱਡ ਦੇ ਵਿੱਚ ਵੀ ਇਹੋ ਜਿਹਾ ਚੱਲ ਰਿਹਾ, ਜਿਹਦੇ ਉੱਤੋਂ ਜੇਕਰ ਨਾ ਪਰਦਾ ਚੱਕੀਏ ਤਾਂ ਹੀ ਠੀਕ ਆ, ਲੋਕਾਂ ਦਾ ਭਰਮ ਬਣਿਆ ਰਹਿੰਦਾ ਜੀ। ਪਰ ਨਾਲ ਦੀ ਨਾਲ ਇੱਥੇ ਇੱਕ ਚੀਜ਼ ਹੋਰ ਕਰਨੀ ਬਣਦੀ ਹੈ, ਇੱਕ ਗੱਲ ਟਾਣਾ ਸਾਹਿਬ, ਕਿ ਲੋਕ ਜਿਹੜੇ ਨੇ, ਜਿਹੜੇ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਹੈ, ਉਹ ਬਹੁਤ ਜਲਦੀ ਆਕਰਸ਼ਿਤ ਹੁੰਦੀ ਹੈ ਪਰਦੇ ਵਾਲੀ ਜ਼ਿੰਦਗੀ ਨੂੰ ਵੇਖ ਕੇ, ਕਿ ਮੇਰੀ ਜ਼ਿੰਦਗੀ ਵੀ ਇਹੋ ਜਿਹੀ ਹੋਵੇ, ਨਾਮ ਹੋਵੇ, ਪੈਸਾ ਹੋਵੇ, ਮੈਂ ਵੀ ਇਹ ਕੰਮ ਕਰਾਂ, ਹਨਾ, ਵੀ ਮੈਂ ਵੀ ਪਰਦੇ ਦੇ ਉੱਪਰ ਜਾਵਾਂ, ਮੈਂ ਇਸ ਖੇਤਰ ਦੇ ਵਿੱਚ ਕੰਮ ਕਰਾਂ। ਪਰ ਬਹੁਤੀ ਵਾਰ ਜਦੋਂ ਵਿਚਾਰੇ ਇੱਛਾ ਲੈ ਕੇ ਇਸ ਖੇਤਰ 'ਚ ਆਉਂਦੇ ਨੇ ਤਾਂ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ, ਉਹਨਾਂ ਦੇ ਨਾਲ ਉਹ ਕੁਝ ਵਾਪਰਦਾ ਜਿਹੜਾ ਉਹ ਵਿਚਾਰੇ ਬਿਆਨ ਨਹੀਂ ਕਰ ਪਾਉਂਦੇ। ਸੋ ਕਿਸੇ ਵੀ ਖੇਤਰ ਦੇ ਵਿੱਚ ਜਾਣ ਤੋਂ ਪਹਿਲਾਂ ਉਸ ਖੇਤਰ ਦੇ ਪਰਦੇ ਪਿਛਲੀ ਹਕੀਕਤ ਜਾਣਨੀ ਬਹੁਤ ਜ਼ਰੂਰੀ ਹੈ। ਪਰਦੇ ਤੇ ਆਉਣਾ ਸਾਡੀ ਇੱਛਾ ਹੋ ਸਕਦੀ ਹੈ, ਪਰ ਜ਼ਿੰਦਗੀ ਦੇ ਵਿੱਚ ਮਾੜਾ ਮੋਟਾ ਪਰਦਾ ਵੀ ਹੁੰਦਾ। ਹਾਂ, ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ। ਬਿਲਕੁਲ ਸਹੀ। ਸੋ ਕਿਸੇ ਵੀ ਖੇਤਰ 'ਚ ਜਦੋਂ ਤੁਸੀਂ ਜਾਂਦੇ ਹੋ, ਕਿਸੇ ਖੇਤਰ ਨੂੰ ਚੁਣਦੇ ਹੋ, ਤਾਂ ਉਹਦੇ ਪਿੱਛੇ ਦੀ ਜ਼ਮੀਨੀ ਹਕੀਕਤ ਦੇ ਬਾਰੇ 'ਚ ਪਹਿਲਾਂ ਜ਼ਰੂਰ ਜਾਣੋ, ਉਸ ਤੋਂ ਬਾਅਦ ਵਿੱਚ ਉਸ ਖੇਤਰ 'ਚ ਜਾਓ। ਤੇ ਇੱਕ ਮੈਂ ਜਾਣਨਾ ਚਾਹੁੰਦਾ, ਹੋਰ ਜਾਣਕਾਰੀ ਦੇ ਦਿਆਂ ਵੀ ਜਿਹੜੇ ਸੁੱਚਾ ਸਿੰਘ ਲੰਗਾ ਸਾਬਕਾ ਅਕਾਲੀ ਆਗੂ ਜਿਹੜੇ, ਉਹ ਪਿਛਲੇ ਲੰਮੇ ਸਮੇਂ ਤੋਂ, ਕਈ ਮਹੀਨਿਆਂ ਤੋਂ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਆ। ਉਹਨਾਂ ਦੇ ਉੱਤੇ ਵੀ ਇੱਕ ਨੀਲੀ ਫਿਲਮ ਵਾਲਾ ਕਥਿਤ ਤੌਰ ਦੇ ਉੱਤੇ ਦੋਸ਼ ਲੱਗਾ ਸੀਗਾ, ਭਾਵੇਂ ਕਿ ਅਦਾਲਤ ਨੇ ਉਹਨਾਂ ਨੂੰ ਬਰੀ ਕਰਤਾ, ਪਰ ਪੰਥ ਦੇ ਵਿੱਚ ਵਾਪਸੀ ਦੇ ਲਈ ਉਹਨਾਂ ਦੇ ਵੱਲੋਂ ਤਰਲੇ ਵੀ ਕੀਤੇ ਜਾ ਰਹੇ ਆ, ਮਿੰਨਤਾਂ ਕੀਤੀਆਂ ਜਾ ਰਹੀਆਂ, ਅਰਜ਼ੋਈਆਂ ਕੀਤੀਆਂ ਜਾ ਰਹੀਆਂ। ਉਹਨਾਂ ਨੇ ਲੰਘੇ ਕੱਲ ਇੱਕ ਵਾਰੀ ਫਿਰ ਬੇਨਤੀ ਕੀਤੀ, ਉਹਨਾਂ ਦੀ ਬੇਨਤੀ ਸ਼ਾਇਦ ਹੁਣ ਸਵੀਕਾਰ ਕਰ ਲਈ ਜਾਣੀ ਆ। ਆਸ ਹੈ ਇਸ ਗੱਲ ਦੀ, ਕਿਉਂਕਿ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਮੈਂ ਹੱਥ ਜੋੜ ਕੇ ਜੋ ਵੀ ਗੁਨਾਹ ਹੋਏ ਆ ਲੰਘੇ ਵੇਲੇ ਦੇ ਵਿੱਚ, ਉਹ ਮੈਂ ਚਾਹੁੰਦਾ ਜੀ ਕਿ ਪਰੇ ਕਰ ਦਿੱਤੇ ਜਾਣ, ਕਾਟਾ ਫੇਰ ਦਿੱਤਾ ਜਾਵੇ ਮੇਰੀਆਂ ਸਾਰੀਆਂ ਗੱਲਾਂ ਦੇ ਉੱਤੇ। ਸੋ ਬਾਕੀ ਵਕਤ ਦੱਸੂਗਾ, ਪਰ ਇਸ ਵਕਤ ਇੱਕ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਵੀ ਸ਼ਾਇਦ ਉਹ ਤਾਂ ਕਰਕੇ ਕਾਹਲੀ ਦੇ ਵਿੱਚ ਆਪਣੀ ਭੁੱਲ ਬਖਸ਼ਾਈ ਕਰਵਾਉਣ ਦੇ ਚਾਹਵਾਨ ਆ ਵੀ ਚੋਣਾਂ ਸਿਰ ਦੇ ਉੱਤੇ ਆ, ਉਹ ਆਪਣੇ ਇਲਾਕੇ ਦੇ ਵਿੱਚ ਵੋਟਾਂ 'ਚ ਖੜਨਾ ਚਾਹੁੰਦੇ ਹੋਣਗੇ। ਇਦਾਂ ਦੀਆਂ ਕਈ ਕਿਸਮ ਦੀਆਂ ਗੱਲਾਂ ਚੱਲਦੀਆਂ ਜੀ। ਬਿਲਕੁਲ, ਲੰਘੇ ਵੇਲੇ ਦੇ ਵਿੱਚ ਉਹਨਾਂ ਦੇ ਮਾਪਿਆਂ ਦੇ ਵੱਲੋਂ ਵੀ ਬੇਨਤੀ ਕੀਤੀ ਗਈ ਸੀ, ਆਪਾਂ ਸਾਰੇ ਜਾਣਦੇ ਹਾਂ। ਸੋ ਖੈਰ, ਵੇਖਦੇ ਹਾਂ ਸਮਾਂ ਆਪਣੇ ਨਾਲ ਕਿਹੋ ਜਿਹੀ ਖਬਰ ਲੈ ਕੇ ਆਉਂਦਾ ਹੈ, ਕੀ ਫੈਸਲਾ ਕੀਤਾ ਜਾਂਦਾ ਜਥੇਦਾਰ ਸਾਹਿਬਾਨ ਦੇ ਵੱਲੋਂ। ਸੋ ਬਾਕੀ ਫਿਲਹਾਲ ਦੇ ਲਈ ਪ੍ਰੋਗਰਾਮ ਸਮੇਟਣ ਦਾ ਵੇਲਾ ਹੋ ਗਿਆ ਜੀ, ਅਸੀਂ ਚੱਲਦੇ ਹਾਂ। ਪ੍ਰਤੀਕਿਰਿਆ ਆਪਣੀ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਕੱਲ ਨੂੰ ਫੇਰ ਮੁਲਾਕਾਤਾਂ ਹੋਣਗੀਆਂ, ਤਦ ਤੱਕ ਦੇ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।